ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ, ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੋਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ, ਤਰੁ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ, ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਤਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ, ਇਮ ਧੀਰਜ ਦੇ ਕਰ ਭਲੇ, ਚੱਲ ਗਈ ਅਗਾਰੇ। ਪਿਤਾ ਸਾਥ ਹਿਤ ਕਰ ਮਿਲੀ, ਬੜ ਸ਼ਰਧਾ ਧਾਰੇ। ਇਮ ਧੀਰਜ ਦੇ ਕਰ ਭਲੇ, ਚੱਲ ਗਈ ਆਗਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ, ਪਤਿਤ ਪਾਵਨ, ਭਗਤ ਵਛਲ, ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਅੰਤਰਜਾਮੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਾਹਿਬ ਗੁਰੂ ਦੂਜੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ਾਂ ਕਰ ਰਹੇ ਨੇ। ਸ੍ਰੀ ਖਡੂਰ ਸਾਹਿਬ ਦੇ ਅੰਦਰ ਬੈਠ ਕੇ ਮੇਰੇ ਸਤਿਗੁਰੂ ਪਾਤਸ਼ਾਹ ਗੁਰਤਾ ਗੰਦੀ ਦੇ ਤਖਤ ਤੇ ਸੋਭਨੀਕ ਹੋ ਕੇ ਸਾਹਿਬ ਗੁਰੂ ਨਾਨਕ ਮਹਾਰਾਜ ਦੀਆਂ ਪਵਿੱਤਰ ਸੰਗਤਾਂ ਦੇ ਤਾਈਂ ਤਾਰ ਰਹੇ ਨੇ। ਸਤਿਗੁਰੂ ਦਾਤਾਰ ਪਾਤਸ਼ਾਹ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਵਿਚਰ ਕੇ ਜ਼ਿਆਦਾ ਸਮਾਂ ਗੁਰ ਉਪਦੇਸ਼ ਦੀ ਦਾਤ ਬਖਸ਼ ਕਰਕੇ ਜੀਵਾਂ ਦਾ ਕਲਿਆਣ ਕੀਤਾ ਹੈ। ਔਰ ਕੁਝ ਸਮਾਂ ਕਰਤਾਰਪੁਰ ਸਾਹਿਬ ਟਿਕ ਕਰਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਨੂੰ ਦਰਸ਼ਨਦਾਰ ਬਖਸ਼ ਕੇ ਨਿਹਾਲ ਕੀਤਾ। ਦੂਜੇ ਸਰੂਪ ਵਿੱਚ ਗੁਰੂ ਨਾਨਕ ਜੋਤ ਖਡੂਰ ਸਾਹਿਬ ਵਿੱਚ ਟਿਕ ਕੇ ਬਖਸ਼ਿਸ਼ਾਂ ਕਰ ਰਹੇ ਨੇ। ਤੇ ਦਾਤਾਰ ਪਾਤਸ਼ਾਹ ਜੀ ਦੁਨੀਆ ਦੇ ਅੰਦਰ ਜੋ ਵਿਸ਼ੇਸ਼ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ ਕਿ ਜੋ ਦੁਖੀ ਲੋਕ ਨੇ, ਰੋਗੀ ਸੋਗੀ ਹਨ, ਉਹ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਸ਼ਨਾਂ ਵਾਸਤੇ ਆਣ ਕਰਕੇ ਗੁਰੂ ਦੇ ਦਰ ਦੇ ਮੂਹਰੇ ਟਿਕ ਜਾਂਦੇ ਹਨ
ਜਦੋਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਪਰਮੇਸ਼ਵਰ ਦੇ ਸਰੂਪ ਦੇ ਧਿਆਨ ਤੋਂ, ਲਿਵਲੀਨਤਾ ਤੋਂ ਉਥਾਨ ਹੁੰਦੇ ਨੇ, ਜਦੋਂ ਆਪਣਾ ਦਰਵਾਜ਼ਾ ਖੋਲ੍ਹਦੇ ਨੇ, ਜਿੰਨੇ ਲੋਕਾਂ ਤੇ ਮੇਰੇ ਸਤਿਗੁਰੂ ਜੀ ਦੀ ਦ੍ਰਿਸ਼ਟੀ ਪੈ ਜਾਂਦੀ ਹੈ, ਸਭਨਾਂ ਦੇ ਉਸੇ ਵੇਲੇ ਰੋਗ ਦੂਰ ਹੋ ਜਾਂਦੇ ਨੇ। ਵੱਡੇ ਵੱਡੇ ਰੋਗੀ ਜਿਨ੍ਹਾਂ ਨੂੰ ਮੰਜੀਆਂ ਤੇ ਪਾ ਕੇ ਚੁੱਕ ਕੇ ਲਿਆਉਂਦੇ, ਉਹ ਖੁਸ਼ ਪ੍ਰਸੰਨ ਹੋ ਕਰਕੇ ਤੁਰ ਕੇ ਘਰਾਂ ਨੂੰ ਜਾਂਦੇ, ਗੁਰੂ ਦਾ ਜਸ ਕਰਦੇ। ਇਸ ਗੱਲ ਦੀ ਮਹਿਮਾ ਦੁਨੀਆ ਤੇ ਬਹੁਤ ਹੀ ਪ੍ਰਭਾਵਸ਼ਾਲੀ ਹੋਈ, ਕਿਉਂਕਿ ਨਾਨਕ ਦੁਖੀਆ ਸਭ ਸੰਸਾਰ, ਦੁਨੀਆ ਦੁਖੀ ਹੈ ਰੋਗ ਸੋਗ ਤੋਂ, ਤੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਨੇ, ਕਿਉਂਕਿ ਸਰੀਰ ਦੇ ਨਾਲ ਬਹੁਤਾ ਜੀਵਾਂ ਦਾ ਸੰਬੰਧ ਜੁੜਿਆ ਹੈ। ਭਾਗਾਂ ਵਾਲੇ ਨੇ ਜਿਨ੍ਹਾਂ ਦਾ ਆਤਮਾ ਨਾਲ ਸੰਬੰਧ ਜੁੜਿਆ ਹੈ, ਉਹ ਵੀ ਗੁਰੂ ਚਰਨਾਂ ਵਿੱਚ ਆਣ ਦਰਸ਼ਨ ਕਰਦੇ ਨੇ, ਸੰਗਤ ਕਰਦੇ ਹਨ। ਤਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕੀਤੀ ਹੈ। ਜਦੋਂ ਆਪ ਜੀ ਇਉਂ ਕਿਰਪਾ ਕਰ ਰਹੇ ਨੇ, ਉਧਰ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਆਪ ਜੀ ਦੇ ਮਨ ਵਿੱਚ ਧਰਮ ਦੀ ਧਾਰਨਾ ਹੈ, ਸ਼ੁਭ ਵਿਚਾਰ ਹਨ, ਫਿਰ ਹਜੂਰ ਜੀ ਨੇ ਤੀਰਥਾਂ ਦੀ ਭਾਵਨਾ ਕਰਕੇ ਤੋ ਗੰਗਾ ਜੀ ਦੇ 20 ਵਾਰੀ ਇਸ਼ਨਾਨ ਕੀਤੇ ਨੇ। 6 ਮਹੀਨੇ ਬਾਅਦ ਯਾਤਰਾ ਤੇ ਜਾਂਦੇ ਨੇ, ਹੋਰ ਯਾਤਰੀ ਵੀ ਜਾਂਦੇ। ਤੋ ਜਿਸ ਵੇਲੇ ਆਪ ਜੀ ਨੇ ਸੋ ਇਸ ਤਰੀਕੇ ਦੇ ਨਾਲ 20ਵੀਂ ਵਾਰ ਗੰਗਾ ਦੀ ਯਾਤਰਾ ਕੀਤੀ ਹੈ, ਇਸ਼ਨਾਨ ਕਰਕੇ ਵਾਪਸ ਆ ਰਹੇ ਨੇ, ਤਾਂ ਮੇੜੇ ਪਿੰਡ ਦੇ ਵਿੱਚ ਦੁਰਗਾਦਾਸ ਪੰਡਤ ਜਿਹੜਾ ਹੈ, ਉਹਨੇ ਸਰਾਮ ਬਣਾਈ ਹੋਈ ਹੈ। ਆਏ ਗਏ ਯਾਤਰੀਆਂ ਦੀ ਸੇਵਾ ਸੰਭਾਲ ਕਰਦਾ ਹੈ। ਆਉਂਦੇ ਜਾਂਦੇ ਯਾਤਰੀ ਇੱਥੇ ਟਿਕਦੇ ਨੇ, ਵਿਸ਼ਰਾਮ ਕਰਦੇ ਨੇ, ਅੱਗੇ ਮਜਲ ਤੇ ਤੁਰ ਪੈਂਦੇ ਨੇ। ਅਮਰਦਾਸ ਮਹਾਰਾਜ ਜੀ ਵੀ ਇੱਥੇ ਆਣ ਟਿਕੇ ਹਨ। ਸਤਿਗੁਰੂ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਪਦਮ ਦਾ ਨਿਸ਼ਾਨ ਦੇਖ ਕਰਕੇ ਇਹ ਪੰਡਤ ਜੋ ਸਮੁੰਦਰੀਕ ਗ੍ਰੰਥ ਨੂੰ ਪੜ੍ਹਿਆ ਹੋਇਆ ਸੀ, ਜੋ ਹੱਥਾਂ ਪੈਰਾਂ ਦੀਆਂ ਰੇਖਾ ਦਾ ਗਿਆਨ ਹੈ, ਜਿਹਦੇ ਵਿੱਚ ਫਲ ਦਾ ਪਤਾ ਲੱਗਦਾ, ਇਹ ਵਿਚਾਰਾਂ ਕਰੀ ਜਾਂਦਾ ਹੈ ਵੀ ਪੈਰਾਂ ਦੇ ਵਿੱਚ ਪਦਮ ਤੇ ਐਡੀ ਵੱਡੀ ਇਹਦਾ ਫਲ ਬਹੁਤ ਵੱਡਾ ਹੈ। ਇਹ ਸਧਾਰਨ ਰੂਪ ਵਿੱਚ ਯਾਤਰਾ ਕਰਕੇ ਆ ਰਹੇ ਨੇ। ਵਿਚਾਰਾਂ ਕੀਤੀਆਂ। ਜਦੋਂ ਅਮਰਦਾਸ ਮਹਾਰਾਜ ਜੀ ਸਾਵਧਾਨ ਹੋ ਕਰਕੇ ਸੋ ਇੱਥੋਂ ਜਾਣ ਦੀ ਤਿਆਰੀ ਕੀਤੀ ਹੈ, ਪੰਡਤ ਕੋਲ ਜਾ ਬੈਠਾ। ਜਦੋਂ ਮਹਾਰਾਜ ਇਸ ਨੂੰ ਦਛਣਾ ਦੇਣ ਲੱਗੇ ਹਨ, ਆਮ ਯਾਤਰੀ ਦਇਆ ਕਰਦੇ ਕਿ ਭਾਈ ਤੂੰ ਸੇਵਾ ਕੀਤੀ, ਅਸੀਂ ਸੋ ਇਹ ਸੇਵਾ ਦੇ ਬਦਲੇ ਤੈਨੂੰ ਧਨ ਦੇਣੇ। ਤੋ ਜਿਸ ਵੇਲੇ ਦੇਣ ਲੱਗੇ ਤਾਂ ਉਸ ਵੇਲੇ ਇਹ ਪੰਡਤ ਨੇ ਹੱਥ ਜੋੜੇ, ਕਹਿਣ ਲੱਗਾ ਮਹਾਰਾਜ ਵੀ ਹੁਣ ਨਹੀਂ ਮੈਂ ਇਹ ਦਾਨ ਲੈਣਾ। ਕਹਿੰਦੇ ਗੱਲ ਕੀ? ਕਹਿੰਦੇ ਮਹਾਰਾਜ ਤੁਸੀਂ ਜਾਂ ਤਾਂ ਪਰਮੇਸ਼ਵਰ ਭਗਵਾਨ ਦਾ ਰੂਪ ਹੋ, ਜਾਂ ਕੋਈ ਦੁਨੀਆ ਦੇ ਚੱਕਰਵਰਤੀ ਬਾਦਸ਼ਾਹ ਵਿਭੂਤੀਆਂ ਦੇ ਮਾਲਕ ਹੋ, ਮੈਂ ਤੁਹਾਡੇ ਕੋਲ ਇੰਨੀ ਕੁ ਦਾਤ ਨਹੀਂ ਲੈਣੀ। ਕਹਿੰਦੇ ਵੀ ਹੁਣ ਤਾਂ ਸਾਡੇ ਕੋਲ ਆ ਹੈ। ਕਹਿੰਦਾ ਮਹਾਰਾਜ ਤੁਸੀਂ ਮੈਨੂੰ ਬਚਨ ਦੇ ਦਿਓ, ਜਦੋਂ ਤੁਸੀਂ ਇਸ ਮਹਾਤਮ ਦੇ ਸਹਿਤ ਹੋਵੋਗੇ, ਮੈਂ ਆਣ ਕੇ ਤੁਹਾਨੂੰ ਬੇਨਤੀ ਕਰਾਂਗਾ ਤੇ ਮੈਨੂੰ ਯਾਦ ਰੱਖਣਾ। ਉਸ ਵੇਲੇ ਮੈਂ ਆਣ ਕੇ ਜੋ ਮੰਗਾਂਗਾ ਮੈਨੂੰ ਦੇ ਦਿਓ ਤੁਸੀਂ। ਹੁਣ ਮਹਾਰਾਜ ਤੁਸੀਂ ਰਹਿਣ ਦਿਓ। ਇਹੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਇਹਨੂੰ ਕੁਛ ਦਾਤ ਦਸਣਾ ਦਿੱਤੀ ਹੈ ਤੇ ਬਚਨ ਦੇ ਦਿੱਤਾ ਕਿ ਠੀਕ ਹੈ, ਜੇ ਤੈਨੂੰ ਇਤਨਾ ਯਕੀਨ ਹੈ ਤੇ ਜਦੋਂ ਭਾਈ ਸਾਨੂੰ ਮਾਲਕ ਇਹ ਦਾਤ ਬਖਸ਼ੇਗਾ ਤੇ ਤੂੰ ਆ ਜਾਈਂ, ਜੋ ਚਾਹੇਗਾ ਲੈ ਲੈ। ਇਸ ਤਰ੍ਹਾਂ ਨਾਲ ਬਚਨ ਹੋਇਆ ਹੈ। ਨਾਲ ਇੱਕ ਗੰਗਾ ਯਾਤਰੀ ਬ੍ਰਹਮਚਾਰੀ ਨਾਲ ਮਿਲਿਆ ਹੈ। ਰਸਤੇ ਵਿੱਚ ਚੱਲਦੇ ਆਏ ਨੇ, ਭੋਜਨ ਪ੍ਰਸ਼ਾਦ ਛਕਦੇ ਆਏ, ਘਰ ਲਿਆਂਦਾ ਹੈ। ਘਰੇ ਲਿਆ ਕਰਕੇ ਉਹਦੀ ਸੇਵਾ ਪੂਜਾ ਕੀਤੀ। ਜਿਸ ਵੇਲੇ ਬਿਰਾਜਣ ਲੱਗੇ ਨੇ, ਵਿਚਾਰਾਂ ਕਰਦਿਆਂ ਕਰਦਿਆਂ ਉਸ ਨੇ ਪੁੱਛ ਲਿਆ ਤੁਹਾਡਾ ਗੁਰੂ ਕੌਣ ਹੈ? ਤੇ ਉਸ ਵੇਲੇ ਕਿਹਾ ਜੀ ਅਸੀਂ ਇਸੇ ਵਾਸਤੇ ਦੀ ਯਾਤਰਾ ਕੀਤੀ ਹੈ, ਪੂਰਾ ਗੁਰੂ ਮਿਲੇ, ਅਜੇ ਤੱਕ ਮਿਲਿਆ ਨਹੀਂ ਸੀ, ਭਾਲ ਵਿੱਚ ਹਾਂ। ਸੋ ਉਸ ਨੂੰ ਇਸ ਗੱਲ ਦਾ ਬੜਾ ਕ੍ਰੋਧ ਆਇਆ ਕਿ ਮੈਂ ਨੁਗਰੇ ਦੀ ਸੰਗਤ ਕੀਤੀ ਹੈ। ਬਹੁਤ ਚਿੜਚਿੜਾਉਂਦਾ ਹੋਇਆ, ਬਹੁਤ ਕੁਝ ਬੋਲਦਾ ਹੋਇਆ, ਉਸੇ ਵੇਲੇ ਰਾਤ ਦੇ ਸਮੇਂ ਉੱਠ ਕੇ ਅੱਗੇ ਤੁਰ ਗਿਆ ਕਿ ਮੇਰਾ ਭਜਨ ਤਪ ਕੀਤਾ ਸਾਰਾ ਨਿਫਲ ਹੋ ਗਿਆ, ਨਗੋਰੇ ਦੀ ਸੰਗਤ ਹੋ ਗਈ। ਇੱਧਰ ਹੁਣ ਲੱਗਣ ਲੱਗ ਗਈ ਗੁਰੂ ਦੀ। ਜਾਗਦੇ ਰਹੇ ਨੇ ਸਾਰੀ ਰਾਤ, ਇਸ ਫਿਕਰ 'ਚ ਅਰਦਾਸਾਂ ਕਰਦੇ ਨੇ, ਹੇ ਵਾਹਿਗੁਰੂ ਪਰਮੇਸ਼ਰ, ਹੇ ਗੰਗਾ ਮਈਆ ਤੇਰੀ ਯਾਤਰਾ ਕੀਤੀ, ਪੂਰਾ ਗੁਰੂ ਤਾਂ ਮਿਲਾ ਦੇ। ਤਾਂ ਇਸ ਤਰੀਕੇ ਦੇ ਨਾਲ ਕਰਦਿਆਂ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ। ਇਹ ਜਾਗ ਰਹੇ ਨੇ ਤਾਂ ਬੀਬੀ ਅਮਰੋ ਜੀ ਨੇ ਘਰ ਦੇ ਵਿੱਚ ਦਹੀਂ ਰਿੜਕਣਾ ਪਾਇਆ, ਲੱਸੀ ਚਾਟੀ ਦੇ ਵਿੱਚ ਮਧਾਣੀ ਰਿੜਕ ਰਹੇ ਨੇ, ਨਾਲ ਸ਼ਬਦ ਪੜ੍ਹ ਰਹੇ ਹਨ।
ਜਿਸ ਵੇਲੇ ਕੰਨਾਂ ਵਿੱਚ ਆਵਾਜ਼ ਪਈ ਕਿ ਭਾਈ ਭਇਆ ਮਨੂਰ ਕੰਚਨ ਫਿਰ ਹੋਵੈ ਜਿਉ ਗੁਰ ਮਿਲੈ ਤਨੇਹਾ, ਇੱਕ ਬੂੰਦ ਅੰਮ੍ਰਿਤ ਹੋ ਦੇਵੈ ਤਉ ਨਾਨਕ ਤ੍ਰਿਸ਼ਟਿ ਦੇਹ। ਪੂਰੇ ਗੁਰੂ ਦੀ ਗੱਲ ਮਹਿਮਾ ਸੁਣ ਕਰਕੇ ਝਟ ਉੱਠੇ ਨੇ, ਕੁਛ ਓਲਾ ਜਾ ਕਰਕੇ ਪਿਆ ਜੇ ਹਨੇਰਾ ਹੈ, ਬੜੇ ਪ੍ਰੇਮ ਦੇ ਨਾਲ ਸੁਣੀ ਗਏ ਉਹ ਬੀਬੀ ਸ਼ਬਦ ਗਾਈ ਗਈ ਹੈ। ਇਸ ਤਰੀਕੇ ਦੇ ਨਾਲ ਜਦੋਂ ਦਿਨ ਚੜ੍ਹ ਗਿਆ ਤੇ ਜਾ ਕਰਕੇ ਪੁੱਛਦੇ ਨੇ ਕਿ ਪੁੱਤਰੀ ਇਹ ਤਾਂ ਜੋ ਤੂੰ ਬਚਨ ਕੀਤੇ ਨੇ ਤੇ ਅੰਮ੍ਰਿਤ ਰੂਪ ਹਨ, ਮੇਰਾ ਜੀਵਨ ਮੇਰੇ ਵਾਸਤੇ ਇਹ ਬਚਨ ਉਚਾਰਨ ਕੀਤੇ ਕਿਸ ਦੀ ਬਾਣੀ ਹੈ? ਕਿਹਾ ਜੀ ਗੁਰੂ ਨਾਨਕ ਸਾਹਿਬ ਦੀ। ਫਿਰ ਗੁਰੂ ਨਾਨਕ ਸਾਹਿਬ ਕਿੱਥੇ ਨੇ? ਕਹਿੰਦੇ ਸੱਚਖੰਡ ਚਲੇ ਗਏ। ਹੁਣ ਮੇਰੇ ਪਿਤਾ ਸਤਿਗੁਰੂ ਜੀ ਖਡੂਰ ਸਾਹਿਬ ਵਿੱਚ ਬਖਸ਼ਿਸ਼ਾਂ ਕਰ ਰਹੇ ਹਨ। ਤਾਂ ਜਿਸ ਵੇਲੇ ਐਸਾ ਪ੍ਰੇਮ ਜਾਗਿਆ ਹੈ ਤਾਂ ਬੇਨਤੀ ਕੀਤੀ ਹੈ ਕਿ ਪੁੱਤਰੀ ਤੂੰ ਇੰਜ ਕਰ, ਮੈਨੂੰ ਨਾਲ ਲਿਜਾ ਕਰਕੇ ਪੂਰੇ ਗੁਰੂ ਦੇ ਚਰਨਾਂ ਨਾਲ ਜੋੜ ਦੇ। ਕਹਿਣ ਲੱਗੀ ਠੀਕ ਹੈ ਮੇਰੇ ਪਿਤਾ ਸਮਾਨ ਹੋ, ਪਰ ਮਾਤਾ ਪਿਤਾ ਸੱਸ ਸਹੁਰੇ ਦੀ ਆਗਿਆ ਜ਼ਰੂਰੀ ਹੈ। ਉਧਰ ਡਰ ਲੱਗਦਾ, ਪਿਤਾ ਜੀ ਦਾ ਹੁਕਮ ਹੈ ਕਿ ਜਿੰਨਾ ਚਿਰ ਭੇਜੀਏ ਨਹੀਂ ਜਾਣਾ ਨਹੀਂ, ਜਦੋਂ ਤੱਕ ਬੁਲਾਈਏ ਨਹੀਂ ਸਾਡੇ ਕੋਲ ਆਉਣਾ ਨਹੀਂ। ਤੇ ਕਹਿਣ ਲੱਗੇ ਵੀ ਸਤਿਗੁਰੂ ਜੀ ਅੰਤਰਜਾਮੀ ਹਨ, ਸੋ ਪਰਉਪਕਾਰ ਵਾਸਤੇ ਉਹ ਤੁਹਾਨੂੰ ਕੁਛ ਨਹੀਂ ਕਹਿਣਗੇ, ਤੇ ਜੇ ਕੁਛ ਕਹਿਣ ਵੀ ਤੇ ਮੇਰੇ ਵਾਸਤੇ ਤੁਸੀਂ ਜਰ ਲੈਣਾ ਤੇ ਮੈਨੂੰ ਜ਼ਰੂਰ ਤੁਸੀਂ ਮਿਲਾਓ। ਤਾਂ ਇਸ ਤਰੀਕੇ ਦੇ ਨਾਲ ਸੋ ਸੁੰਦਰ ਸੋ ਡੋਲਾ ਤਿਆਰ ਹੋਇਆ ਵਿੱਚ ਬੈਠੇ ਨੇ। ਤਾਂ ਅਮਰਦਾਸ ਮਹਾਰਾਜ ਜੀ ਨਾਲ ਹੋ ਕਰਕੇ ਖਡੂਰ ਸਾਹਿਬ ਨੂੰ ਚੱਲੇ ਨੇ। ਖਡੂਰ ਸਾਹਿਬ ਜਦੋਂ ਆ ਗਿਆ ਨੇੜੇ ਤਾਂ ਬੇਨਤੀ ਕੀਤੀ ਕਿ ਤੁਸੀਂ ਪਿਤਾ ਸਮਾਨ ਹੋ, ਇੱਥੇ ਤੁਸੀਂ ਟਿਕੋ। ਮੈਂ ਸਤਿਗੁਰੂ ਪਾਤਸ਼ਾਹ ਨੂੰ ਜਾ ਕੇ ਨਮਸਕਾਰ ਕਰਕੇ ਉਹਨਾਂ ਦਾ ਸੁਭਾਅ ਦੇਖ ਕੇ ਤੇ ਜਿਵੇਂ ਉਹਨਾਂ ਦੀ ਰਜਾ ਹੋਈ ਤੇ ਆਗਿਆ ਲੈ ਕੇ ਮੈਂ ਤੁਹਾਨੂੰ ਬੁਲਾ ਕੇ ਲੈ ਜਾਵਾਂਗੀ। ਤਾਂ ਜਿਸ ਵੇਲੇ ਇਸ ਤਰੀਕੇ ਦੇ ਨਾਲ ਸੋ ਪਹੁੰਚੇ ਹਨ, ਇਹਨਾਂ ਨੂੰ ਬਾਹਰ ਖੜੇ ਕੀਤਾ ਹੈ। ਆਪ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚੇ ਨੇ। ਬੀਬੀ ਅਮਰੋ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਚਰਨ ਸ਼ਰਨ ਜਾ ਕਰਕੇ ਦਰਸ਼ਨ ਦੀਦਾਰ ਕਰਦੇ ਹਨ। ਜਿਸ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਨੇ, ਸ੍ਰੀ ਅਮਰਦਾਸ ਜੀ ਜਿਸ ਤਰੀਕੇ ਦੇ ਨਾਲ ਪੂਰੇ ਗੁਰੂ ਦੀ ਸ਼ਰਨ ਵਿੱਚ ਮਿਲਦੇ ਹਨ। ਕਵੀ ਜੀ ਇਸ ਪ੍ਰਸੰਗ ਦੀ ਲੜੀ ਨੂੰ ਇਸ ਪ੍ਰਕਾਰ ਇਤਿਹਾਸ ਨੂੰ ਸੋ ਇਸ ਪ੍ਰਕਾਰ ਦਰਜ ਕਰ ਰਹੇ ਨੇ। ਆਓ ਪ੍ਰਸੰਗ ਦੀ ਲੜੀ ਨੂੰ ਜੋੜਦੇ ਹੋਏ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਜੋ ਹੈ ਉਸ ਨੂੰ ਸਰਵਣ ਕਰੀਏ। ਗੁਰੂ ਚਰਨਾਂ 'ਚ ਮਨ ਜੋੜਦੇ ਹੋਏ ਮੁਖ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਇਮ ਧੀਰਜ ਦੇ ਕਰ ਭਲੇ ਚੱਲ ਗਈ ਅਗਾਰੇ। ਤੋ ਇਸ ਤਰ੍ਹਾਂ ਹੌਸਲਾ ਦੇ ਕਰਕੇ ਅਮਰਦਾਸ ਮਹਾਰਾਜ ਨੂੰ ਬੀਬੀ ਅਮਰੋ ਜੀ ਤੋਂ ਅਗਾਰੇ ਘਰ ਦੇ ਵਿੱਚ ਚਲੇ ਗਏ। ਸਤਿਗੁਰਾਂ ਦੇ ਚਰਨਾਂ ਵਿੱਚ ਪਿਤਾ ਸਾਥ ਹਿਤ ਕਰ ਮਿਲੀ ਬੜ ਸ਼ਰਧਾ ਧਾਰੇ। ਬਹੁਤ ਸ਼ਰਧਾ ਧਾਰਨ ਕਰਕੇ ਪਿਤਾ ਗੁਰੂ ਜੀ ਦੇ ਨਾਲ ਜਾ ਕੇ ਮਿਲੇ ਹਨ ਬੀਬੀ ਅਮਰੋ ਜੀ। ਘਰ ਅੰਤਰ ਬੈਠੀ ਨਿਕਟ ਗੁਰ ਅੰਤਰਜਾਮੀ। ਗੁਰੂ ਅੰਤਰਜਾਮੀ ਹਨ, ਜਾ ਕਰਕੇ ਘਰ ਦੇ ਵਿੱਚ ਬੈਠ ਗਏ ਹਨ। ਕਹਿਓ ਬੁਲਾਇਓ ਤੁਝ ਨਹੀਂ ਆਈ ਕਿਸ ਕਾਮੀ। ਤਾਂ ਪੁੱਛਿਆ ਹੈ ਕਿ ਪੁੱਤਰੀ ਤੈਨੂੰ ਅਸੀਂ ਬੁਲਾਇਆ ਨਹੀਂ, ਕਿਸ ਕੰਮ ਆਈ ਹੈ ਤੂੰ? ਬਨਹਿ ਨ ਆਵਨ ਬਿਨ ਭਨੇ ਕਿਉਂ ਚੱਲ ਕਰ ਆਏ। ਕਿਉਂਕਿ ਬਿਨਾਂ ਦੱਸੇ ਤੋਂ ਆਉਣਾ ਨਹੀਂ ਬਣਦਾ ਸੀ, ਤੁਸੀਂ ਕਿਸ ਤਰ੍ਹਾਂ ਚੱਲ ਕੇ ਆਏ ਹੋ? ਜਿਨਹੁ ਸੰਗ ਆਨਿਓ ਹੁਤੋ ਤਿਸ ਕਿਉਂ ਨਹਿ ਲਿਆਏ। ਤੇ ਜਿਨ੍ਹਾਂ ਨੂੰ ਤੂੰ ਨਾਲ ਲੈ ਕੇ ਜਿਸ ਕਾਰਨ ਵਾਸਤੇ ਆਈਆਂ ਤੇ ਨਾਲ ਕਿਉਂ ਨਹੀਂ ਲਿਆਂਦਾ? ਮੇਰੇ ਸਤਿਗੁਰੂ ਅੰਤਰਜਾਮੀ ਜੀ ਹਨ, ਸੋ ਬਿਨਾਂ ਹੀ ਕਹਿਣ ਤੋਂ ਮੇਰੇ ਸਤਿਗੁਰੂ ਜੀ ਜਾਣਦੇ ਹਨ। ਕਹਿਣ ਲੱਗੇ ਨਾਲ ਲੈ ਕੇ ਆਈ ਜਿਨ੍ਹਾਂ ਨੂੰ, ਤੇ ਉਹਨਾਂ ਨੂੰ ਬਾਹਰ ਕਿਉਂ ਖੜਾ ਕੀਤਾ, ਨਾਲ ਕਿਉਂ ਨਹੀਂ ਲਿਆਂਦਾ ਤੁਸਾਂ? ਕਹਿਓ ਜੋਰ ਕਰ ਜਾਏ ਮੈਂ ਆਨਹੁ ਅਬ ਪਾਸਾ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਂ ਹੁਣੇ ਜਾ ਕੇ ਲਿਆਉਂਦੀ ਹਾਂ। ਆਇਸ ਬਿਨ ਨਹਿ ਮਿਲ ਸਕਹਿ ਬਹੁ ਧਰੇ ਹੁਲਾਸਾ। ਬਹੁਤ ਉਤਸ਼ਾਹ ਹੈ ਉਹਨਾਂ ਦੇ ਮਨ ਵਿੱਚ, ਪਰ ਜਦੋਂ ਤੱਕ ਤੁਹਾਡਾ ਹੁਕਮ ਨਾ ਹੋਵੇ ਆਣ ਕੇ ਮਿਲ ਨਹੀਂ ਸਕਦੇ ਹਨ। ਗਈ ਆਪ ਹੀ ਉਠ ਬਹੁਰ ਤਿਸ ਜਾਏ ਹਕਾਰਾ। ਤੇ ਫਿਰ ਆਪ ਹੀ ਉੱਠ ਕੇ ਬੀਬੀ ਅਮਰੋ ਜੀ ਗਏ ਹਨ ਤੇ ਜਾ ਕਰਕੇ ਬੁਲਾ ਕੇ ਸਤਿਕਾਰ ਦੇ ਨਾਲ ਲਿਆਂਦਾ ਅਮਰਦਾਸ ਮਹਾਰਾਜ ਨੂੰ। ਹਿਰਦੇ ਆਨੰਦ ਬਿਲੰਦ ਧਾਰ ਪਹੁੰਚਿਓ ਦਰਬਾਰਾ। ਬੜਾ ਭਾਰੀ ਆਨੰਦ ਮਨ ਚ ਧਾਰਨ ਕਰਕੇ ਗੁਰੂ ਦਰਬਾਰ ਵਿੱਚ ਪਹੁੰਚੇ ਹਨ। ਦਰਸ਼ਨ ਕੀਨ ਸਜਾਏ ਕੈ ਮੁਖ ਕਮਲ ਵਿਕਾਸਾ। ਜਾ ਕਰਕੇ ਦਰਸ਼ਨ ਕੀਤਾ ਹੈ, ਮੁਖ ਕਮਲ ਖਿੜ ਗਿਆ ਹੈ ਦਰਸ਼ਨ ਕਰਕੇ। ਰਾਗ ਦਵੈਸ ਸੁਖ ਦੁਖ ਬਿਖੈ ਬ੍ਰਿਤ ਜਿਨਹੁ ਉਦਾਸਾ। ਇਸ ਪ੍ਰਕਾਰ
ਸੋ ਰਾਗ ਦੁਐਖ ਦੇ ਵਿੱਚ ਜਿਹਨਾਂ ਦੀ ਬਿਰਤੀ ਸਮਾਨ ਹੈ, ਦੁੱਖ ਸੁੱਖ ਦੇ ਵਿੱਚ ਸਮਾਨ ਬਿਰਤੀ ਰੱਖਣ ਵਾਲੇ ਸਤਿਗੁਰਾਂ ਦਾ ਦਰਸ਼ਨ ਕੀਤਾ ਹੈ। ਲਖ ਸੰਸਾਰ ਸੰਬੰਧ ਕੋ ਹੋਏ ਸਤਿਗੁਰ ਠਾਂਡੇ। ਮੇਰੇ ਸਤਿਗੁਰੂ ਜੀ ਨੇ ਸੰਸਾਰੀ ਸੰਬੰਧ ਜਾਣ ਕੇ ਵੀ ਕੁੜਮ ਲੱਗਦੇ ਨੇ, ਇਸ ਵਾਸਤੇ ਸਤਿਕਾਰ ਵਾਸਤੇ ਉੱਠ ਕੇ ਖੜੇ ਹੋਏ ਸਤਿਗੁਰੂ ਜੀ। ਗਲ ਮਿਲਬੇ ਕਹੋ ਤਿਆਰ ਭੇ ਪਟ ਤੇ ਕਰ ਕਾਢੇ। ਤੋ ਮਹਾਰਾਜ ਨੇ ਬੁੱਕਲ ਵਿੱਚੋਂ ਹੱਥ ਕੱਢੇ ਹਨ ਤੇ ਗਲ ਮਿਲਣ ਵਾਸਤੇ ਤੋ ਇੱਛਾ ਕੀਤੀ ਹੈ। ਚਰਨ ਗਏ ਸ੍ਰੀ ਅਮਰਤਬ ਬੰਧਨ ਕੋ ਠਾਨੀ। ਪਰ ਅਮਰਦਾਸ ਮਹਾਰਾਜ ਨੇ ਸੰਸਾਰੀ ਸੰਬੰਧ ਨਹੀਂ, ਰੱਬੀ ਸੰਬੰਧ ਜਾਣ ਕੇ, ਗੁਰੂ ਜਾਣ ਕੇ ਚਰਨ ਫੜ ਲਏ ਹਨ। ਉਚਿਤ ਨਹੀਂ ਗਰ ਮਿਲਨ ਕੇ ਲਿਹੁ ਦਾਸ ਪਛਾਨੀ। ਮਹਾਰਾਜ ਮੈਨੂੰ ਸੇਵਕ ਜਾਣ ਲਓ, ਮੈਂ ਤੁਹਾਡੇ ਗਲ ਮਿਲਣ ਦੇ ਯੋਗ ਨਹੀਂ ਹਾਂ। ਕੁਸ਼ਲ ਸੇਮ ਸਭ ਪੂਛ ਕੇ ਨਿਜ ਨਿਕਟ ਬਿਠਾਇਓ। ਤੋ ਸੁਖ ਸੰਦ ਪੁੱਛ ਕਰਕੇ ਗੁਰੂ ਸਾਹਿਬ ਨੇ ਕੋਲ ਬਿਠਾ ਲਿਆ ਇਹਨਾਂ ਦੇ ਤਾਈ। ਅਪਰ ਬਾਤ ਕੁਛ ਜਗਤ ਕੀ ਬੂਝਤ ਹਰ ਖਾਇਓ। ਕੁਛ ਹੋਰ ਗੱਲਬਾਤ ਪੁੱਛ ਕੇ ਤਾਂ ਖੁਸ਼ ਹੋਏ ਹਨ। ਕਿਤਕ ਸਮੋ ਬੀਤਿਓ ਜਬ ਹੈ ਬੈਠੇ ਗੁਰ ਪਾਸੂ। ਜਦੋਂ ਕੁਝ ਸਮਾਂ ਸਤਿਗੁਰਾਂ ਦੇ ਪਾਸ ਬੈਠਿਆਂ ਗੁਜ਼ਰਿਆ ਹੈ ਤਾਂ ਆਏ ਰਸੋਈਆ ਥਿਤ ਭਇਓ ਕੀਨਸ ਅਰਦਾਸੂ। ਰਸੋਈਆ ਲਾਂਗਰੀ ਸਿੰਘ ਆਇਆ ਗੁਰਸਿੱਖ, ਉਸ ਨੇ ਆਣ ਕੇ ਬੇਨਤੀ ਕੀਤੀ ਹੈ। ਪ੍ਰਭ ਜੀ ਸਿੱਧ ਆਹਾਰ ਹੈ ਸੁਨ ਉਠੇ ਕਿਰਪਾਲਾ। ਬੇਨਤੀ ਕੀਤੀ ਹੈ ਮਹਾਰਾਜ, ਭੋਜਨ ਤਿਆਰ ਹੋ ਗਿਆ ਜੀ। ਤੇ ਜਦੋਂ ਇਹ ਬੇਨਤੀ ਕੀਤੀ ਹੈ, ਸਤਿਗੁਰੂ ਜੀ ਭੋਜਨ ਛਕਣ ਵਾਸਤੇ ਤਿਆਰ ਹੋਏ ਹਨ। ਬੁੱਢੇ ਆਦਿਕ ਸਿੱਖ ਸਭ ਆਏ ਤਿਸ ਕਾਲਾ। ਬਾਬਾ ਬੁੱਢਾ ਸਾਹਿਬ ਜੀ ਨਾਲ ਸਾਰੇ ਸਿੱਖ ਜਿਹੜੇ ਨੇ ਉਸ ਵੇਲੇ ਆ ਗਏ ਹਨ। ਪੰਕਤ ਬੈਠੀ ਮਿਲ ਤਬਹਿ ਗੁਰ ਬੀਚ ਸੁਹਾਏ। ਤੋ ਪੰਗਤ ਬੈਠੀ ਤੇ ਗੁਰੂ ਸਾਹਿਬ ਵਿੱਚ ਬੈਠੇ ਹਨ। ਇਹ ਨਹੀਂ ਭਈ ਗੁਰੂ ਪਾਤਸ਼ਾਹ ਮਹਾਰਾਜ ਕੋਈ ਉਚੇਚਾ ਵੱਖਰਾ ਜਾਂ ਮਹਾਰਾਜ ਕੋ ਉੱਚਾ ਥਾਂ ਬਣਾ ਕੇ ਬਹਿੰਦੇ, ਪੰਗਤ ਵਿੱਚ ਬਹਿੰਦੇ ਸਤਿਗੁਰੂ ਜੀ, ਤੇ ਨਾਲ ਆਪਣੇ ਜੋ ਗੁਰਸਿੱਖ ਹਨ ਮਹਾਰਾਜ ਦੇ ਨਾਲ ਸੰਗਤਾਂ ਸਮੇਤ ਪੰਗਤ ਲਾਉਂਦੇ ਹਨ। ਮਿਲ ਸੰਗਤ ਮਹਿ ਅਮਰ ਜੀ ਬੈਠੇ ਤਿਸ ਥਾਏ। ਉਹ ਅਮਰਦਾਸ ਮਹਾਰਾਜ ਜੀ ਵੀ ਉਸੇ ਥਾਂ ਤੇ ਪੰਗਤ ਵਿੱਚ ਬੈਠੇ ਹਨ। ਪਹਿਤ ਭਾਤ ਵਰਤਿਓ ਪ੍ਰਥਮ ਪੁਨ ਆਮਿਖ ਆਵਾ। ਤੋ ਕਹਿੰਦੇ ਪਹਿਲਾਂ ਦਾਲ ਚੌਲ ਜੋ ਹੈ ਉਹਦਾ ਪ੍ਰਸ਼ਾਦ ਜਿਹੜਾ ਲੰਗਰ ਵਰਤਿਆ ਹੈ, ਉਸ ਤੋਂ ਬਾਅਦ ਕਹਿੰਦੇ ਨੇ ਵੀ ਆਮਖ ਆ ਗਿਆ, ਭਾਵ ਮਹਾਂਪ੍ਰਸ਼ਾਦ ਕਹਿੰਦੇ ਨੇ ਵਰਤਦਾ ਹੈ। ਇੱਕ ਦਿਸ ਪੰਕਤ ਮਹਿ ਦਇਓ ਤਬ ਇਨ ਦਰਸਾਵਾ। ਜਦੋਂ ਇੱਕ ਪਾਸੇ ਪੰਗਤ ਵਿੱਚ ਵਰਤਿਆ ਤਾਂ ਕਹਿੰਦੇ ਨੇ ਅਮਰਦਾਸ ਮਹਾਰਾਜ ਨੇ ਦੇਖਿਆ ਹੈ। ਬਹੁ ਗਿਲਾਨ ਠਾਨੀ ਹਿਰਦੇ ਇਮ ਕਰਤ ਵਿਚਾਰਾ। ਮਨ 'ਚ ਵਿਚਾਰ ਕਰਕੇ ਨਫ਼ਰਤ ਮਨ 'ਚ ਆਈ ਹੈ। ਮੈਂ ਆਮਿਖ ਖਾਇਓ ਨਾ ਕਬ ਕਰ ਅੰਨ ਆਹਾਰਾ। ਮੈਂ ਤਾਂ ਅੰਨ ਦਾ ਭੋਜਨ ਛਕਦਾ ਹਾਂ, ਮੈਂ ਕਦੇ ਇਹੋ ਜਿਹਾ ਜਿਹੜਾ ਹੈ ਭੋਜਨ ਨਹੀਂ ਛਕਿਆ ਹੈ। ਪੰਕਤ ਮੈਂ ਅਬ ਬੈਠਗਾ ਕਿਮ ਹੋਏ ਬਚਾਊ। ਤੋ ਕਹਿੰਦੇ ਮੈਂ ਪੰਗਤ ਵਿੱਚ ਬਹਿ ਗਿਆ ਹਾਂ ਤੇ ਹੁਣ ਮੈਂ ਇਹ ਖਾਣਾ ਨਹੀਂ ਚਾਹੁੰਦਾ ਹੈ, ਇਸ ਵਾਸਤੇ ਮੈਂ ਅੰਨ ਦਾ ਭੋਜਨ ਕਰਨਾ ਚਾਹੁੰਦਾ ਹਾਂ। ਨਹਿ ਲੇਵੋ ਅਪਮਾਨ ਹੀ ਕਿਉਂ ਬੈਠਿਓ ਆਊ। ਤੇ ਜੇ ਮੈਂ ਮਨਾ ਕਰ ਦਵਾਂ ਤੇ ਕਹਿੰਦੇ ਨੇ ਭੋਜਨ ਦਾ ਨਰਾਦਰ ਹੋਵੇਗਾ ਤੇ ਸਾਰੇ ਸੋਚਣਗੇ ਸਾਡੇ ਵਿੱਚ ਕਿਉਂ ਬੈਠਾ ਹੈ। ਆਇਓ ਸਤਿਗੁਰ ਕਰਨ ਕੋ ਬਿਗਰਹਿ ਇਮ ਬਾਤੀ। ਮੈਂ ਤਾਂ ਸਤਿਗੁਰਾਂ ਨੂੰ ਗੁਰੂ ਧਾਰਨ ਕਰਨ ਆਇਆ ਤੇ ਗੱਲ ਤਾਂ ਪਹਿਲੇ ਵਿਗੜ ਜਾਣੀ ਹੈ। ਸਿੱਖ ਨਾ ਕਰਹਿ ਮੋਹਿ ਕੋ ਮਨ ਹਟ ਇਸ ਭਾਂਤੀ। ਤੋ ਮਹਾਰਾਜ ਦਾ ਮਨ ਹਟ ਜਾਏਗਾ, ਮੈਨੂੰ ਸਿੱਖ ਨਹੀਂ ਬਣਾਉਣਗੇ ਫਿਰ। ਅਪਰ ਜਤਨ ਅਬ ਕੋ ਨਹੀਂ ਜੇ ਅੰਤਰਜਾਮੀ। ਹੁਣ ਹੋਰ ਤਾਂ ਯਤਨ ਨਹੀਂ ਹੈ, ਤੇ ਜੇ ਗੁਰੂ ਅੰਤਰਜਾਮੀ ਹਨ ਤਾਂ ਸੂਪਕਾਰ ਕੋ ਬਰਜ ਹੈ ਆਪੇ ਗੁਰ ਸੁਆਮੀ। ਤੇ ਸਵਾਮੀ ਸਤਿਗੁਰੂ ਜੀ ਰਸੋਈਏ ਨੂੰ ਆਪ ਹੀ ਰੋਕ ਦੇਣ, ਇਸ ਪ੍ਰਕਾਰ ਵਰਜ ਦੇਣ ਮੈਨੂੰ ਇਹ ਦੇਣ ਤੋਂ। ਇੱਕ ਤੋ ਮੇਰੋ ਧਰਮ ਰਹਿ ਪੁਨ ਹੋਏ ਪ੍ਰਤੀਤਾ। ਇੱਕ ਤਾਂ ਮੇਰਾ ਧਰਮ ਰਹਿ ਜਾਊਗਾ, ਦੂਸਰਾ ਹੈ ਕਿ ਮਹਾਰਾਜ ਤੇ ਭਰੋਸਾ ਹੋ ਜਾਊ ਵੀ ਵਾਕਈ ਅੰਤਰਜਾਮੀ ਹਨ। ਜਗ ਤੇ ਕਰਹਿ ਉਧਾਰ ਮਮ ਸਰਬੱਗ ਪੁਨੀਤਾ। ਪਵਿੱਤਰ ਹਨ, ਸਰਬ ਦੇ ਗਿਆਤੇ ਅੰਤਰਜਾਮੀ ਹਨ, ਮੇਰਾ ਉਧਾਰ ਕਰ ਦੇਣਗੇ, ਮੈਨੂੰ ਤਸੱਲੀ ਹੋ ਜਾਏਗੀ। ਇਮ ਕੀਨੋ ਸੰਕਲਪ ਕੋ ਸ੍ਰੀ ਗੁਰ ਨੇ ਜਾਨਾ। ਇਉਂ ਕਹਿੰਦੇ ਨੇ ਫੁਰਨਾ ਕੀਤਾ ਤੇ ਗੁਰੂ ਸਾਹਿਬ ਨੇ ਜਾਣ ਲਿਆ। ਸੂਪਕਾਰ ਕੋ ਬਰਜਿਓ ਮੁਖ ਬਾਕ ਬਖਾਨਾ। ਤਾਂ ਰਸੋਈਏ ਨੂੰ ਮਹਾਰਾਜ ਨੇ ਮੁਖ ਤੋਂ ਬਚਨ ਕਰਕੇ ਵਰਜ ਦਿੱਤਾ ਹੈ। ਪੰਕਤ ਮਹਿ ਜੋ ਨਮੋ ਨਾਰ ਤਿਸ ਦੇਹੋ ਆਹਾਰਾ। ਤਾਂ ਉਸ ਵੇਲੇ ਜਿਹੜਾ ਬਚਨ ਕੀਤਾ ਰਸੋਈਏ ਨੂੰ ਕਿਹਾ ਵੀ ਜਿਹੜਾ ਨਵਾਂ
ਸੋ ਪ੍ਰਾਹੁਣਾ ਆਇਆ ਪੰਗਤ ਵਿੱਚ ਬੈਠਾ ਹੈ, ਉਸ ਨੂੰ ਤੁਸੀਂ ਇਹ ਚੀਜ਼ ਨਹੀਂ ਦੇਣੀ ਹੈ। ਆਮਿਖ ਨਾਹਿ ਪਰੋਸੀਏ ਤਿਨ ਧਰਮ ਵਿਚਾਰਾ। ਭਾਈ ਉਸ ਦਾ ਧਰਮ ਹੈ, ਇਸ ਵਾਸਤੇ ਉਸ ਨੂੰ ਸੋ ਇਹ ਜਿਹੜਾ ਮਾਸ ਹੈ ਇਹ ਵਰਤਾਉਣਾ ਨਹੀਂ ਹੈ। ਨਹੀਂ ਦਇਓ ਤਬ ਮਾਸ ਕੋ ਸਭ ਸੰਗਤ ਖਾਇਓ। ਤੋ ਕਹਿੰਦੇ ਨੇ ਸਾਰੀ ਸੰਗਤ ਨੇ ਖਾਧਾ ਆ, ਤੇ ਕਹਿੰਦੇ ਉਹਨਾਂ ਨੂੰ ਦਿੱਤਾ ਨਹੀਂ ਹੈ। ਇੱਥੇ ਮਹਾਂਪੁਰਖ ਦੱਸਿਆ ਕਰਦੇ ਸਨ ਭਈ ਇਹ ਗੁਰੂ ਪਾਤਸ਼ਾਹ ਮਹਾਰਾਜ ਦੀ ਪਰਖ ਵਜੋਂ ਇਹ ਪ੍ਰਸੰਗ ਦੇ ਵਿੱਚ ਗੱਲ ਆਈ ਹੈ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਮਹਾਨ ਲੰਗਰ ਚਲਾਇਆ, ਪਰ ਉੱਥੇ ਤਾਂ ਕਦੇ ਵੀ ਜ਼ਿਕਰ ਨਹੀਂ, ਕੋਈ ਪ੍ਰਪਾਟੀ ਨਹੀਂ ਹੈ ਮਾਸ ਵਰਤਾਉਣ ਦੀ। ਇਹ ਤਾਂ ਸਿਰਫ ਜਿਸ ਤਰ੍ਹਾਂ ਆਖੇਪਕ ਲੋਕਾਂ ਨੇ ਹੋਰ ਚੀਜ਼ਾਂ ਪਾਈਆਂ, ਇਸੇ ਤਰ੍ਹਾਂ ਵਿੱਚ ਜਾਣ ਕੇ ਗੱਲ ਰਲਾਈ ਗਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ 7 ਥਾਈਂ ਮਨਾ ਕੀਤਾ ਹੈ ਮਾਸ ਖਾਣਾ। ਸਾਹਿਬ ਗੁਰੂ ਨਾਨਕ ਨੇ ਸਾਰਾ ਇਤਿਹਾਸ ਪੜ੍ਹਿਆ, ਕਿਤੇ ਵੀ ਐਸਾ ਜ਼ਿਕਰ ਨਹੀਂ ਆਇਆ। ਇਸ ਵਾਸਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਮੇਂ ਤੇ ਐਸਾ ਜਿਹੜਾ ਹੈ ਆਖੇਪਕ ਗੱਲ ਜਾਪਦੀ ਹੈ ਕਿ ਜੋ ਲਿਖੀ ਗਈ ਹੈ, ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਲੰਗਰਾਂ ਦੇ ਵਿੱਚ ਸਾਰੇ ਹੀ ਮਰਜ਼ਾਦਾ ਜਿਹੜੀ ਵੈਸ਼ਨੂੰ ਭੋਜਨ ਚੱਲਦਾ ਹੈ। ਬਾਣੀ ਵਿੱਚ ਮੇਰੇ ਸਤਿਗੁਰਾਂ ਨੇ ਇਸ ਪ੍ਰਕਾਰ ਬਾਰ-ਬਾਰ ਮਨਾ ਕੀਤਾ ਹੈ ਮਾਸ ਸ਼ਰਾਬ ਆਦਿਕ ਦਾ। ਤੇ ਇਸ ਵਾਸਤੇ ਇਤਿਹਾਸ ਦੇ ਵਿੱਚ ਕਈ ਗੱਲਾਂ ਐਸੀਆਂ ਹਨ ਜੋ ਸਤਿਗੁਰੂ ਜੀ ਦੀ ਬਾਣੀ ਦੇ ਅਨੁਸਾਰ ਢੁਕਦੀਆਂ ਨਹੀਂ। ਇਸ ਵਾਸਤੇ ਪ੍ਰਸੰਗਾਂ ਵਿੱਚ ਜਿਹੜੀਆਂ ਪਾਈਆਂ ਗਈਆਂ ਨੇ, ਇਸ ਵਾਸਤੇ ਕਿਉਂਕਿ ਇਤਿਹਾਸ ਹੈ ਸਾਡਾ, ਇਸ ਵਾਸਤੇ ਅਸੀਂ ਲੜੀਵਾਰ ਇਤਿਹਾਸ ਵਿੱਚ ਇਤਿਹਾਸ ਦੀ ਕਥਾ ਤਾਂ ਆਪਾਂ ਸੁਣਨੀ ਪੜ੍ਹਨੀ ਵਿਚਾਰਨੀ ਹੈ, ਨਾਲ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਪਰਖਣੀ ਵੀ ਹੈ ਜੀ। ਤ੍ਰਿਪਤ ਭਏ ਪੰਕਤ ਉੱਠੀ ਜਲ ਪਾਨ ਕਰਾਇਓ। ਤੋ ਇਸ ਪ੍ਰਕਾਰ ਸੋ ਰੱਜ ਕਰਕੇ ਸਾਰੇ ਉੱਠੇ ਨੇ, ਜਲ ਛਕਾਇਆ ਸਭ ਨੂੰ। ਮਮ ਮਨ ਕੀ ਗਤ ਗੁਰ ਲਖੀ ਹਰਖਿਓ ਉਰ ਭਾਰੀ। ਤੋ ਅਮਰਦਾਸ ਮਹਾਰਾਜ ਜੀ ਬੜੇ ਖੁਸ਼ ਹੋਏ ਨੇ ਵੀ ਮਹਾਰਾਜ ਨੇ ਉਸੇ ਵੇਲੇ ਮਨ ਦੀ ਮੇਰੀ ਗੱਲ ਜਾਣ ਲਈ ਹੈ। ਭਏ ਪੁੰਨ ਮੇਰੇ ਉਦੇ ਬਹੁ ਕਰਤ ਵਿਚਾਰੀ। ਤੇ ਹੁਣ ਮਨ 'ਚ ਵਿਚਾਰ ਕਰਦੇ ਹਨ, ਮੇਰੇ ਬਹੁਤ ਹੀ ਪੁੰਨ ਕਰਮ ਜਿਹੜੇ ਨੇ ਉਹ ਉਹ ਆਪਣੇ ਉਦੇ ਹੋਏ ਨੇ, ਭਾਵ ਕਿ ਫਲ ਦੇਣ ਨੂੰ ਉਦੇ ਹੋ ਗਏ ਹਨ, ਜਿਸ ਕਰਕੇ ਮੈਨੂੰ ਗੁਰੂ ਸਾਹਿਬ ਦਾ ਦਰਸ਼ਨ ਹੋਇਆ ਹੈ। ਅਬਿਨ ਤੇ ਆਛੋ ਗੁਰੂ ਕਤਹੁ ਨਾ ਦਰਸਾਵੂ। ਹੁਣ ਇਹਨਾਂ ਤੋਂ ਚੰਗਾ ਕਹਿੰਦੇ ਗੁਰੂ ਜਿਹੜਾ ਹੋਰ ਕਿਤੇ ਵੀ ਨਹੀਂ ਮਿਲ ਸਕਦਾ, ਨਾ ਮਿਲਿਆ ਅਜੇ ਤੱਕ। ਧਨ ਭਾਗ ਇਹੋ ਜੇ ਮਿਲੈ ਸਮ ਔਰ ਨ ਪਾਵੂ। ਤੋ ਕਹਿੰਦੇ ਮੇਰੇ ਧਨ ਭਾਗ ਨੇ ਜਿਹੜੇ ਐਸੇ ਗੁਰੂ ਮਿਲ ਗਏ ਹਨ, ਹੋਰ ਕੋਈ ਮਿਲ ਹੀ ਨਹੀਂ ਸਕਦਾ ਇਹੋ ਜਿਹਾ। ਸ੍ਰੀ ਪ੍ਰਭ ਸ੍ਰੀ ਗੰਗਾ ਸੁਨੀ ਮੈਂ ਬਿਨੇ ਜੋ ਕੀਨੀ। ਕਹਿੰਦੇ ਵੀ ਮੈਂ ਜੋ ਅਰਦਾਸਾਂ ਕੀਤੀਆਂ ਸਨ, ਸੋ ਪਰਮੇਸ਼ਵਰ ਦੇ ਚਰਨਾਂ ਵਿੱਚ ਗੰਗਾ ਦੀ ਯਾਤਰਾ ਕੀਤੀ ਸੀ, ਇਹੋ ਹੀ ਇੱਛਾ ਰੱਖ ਕੇ ਪੂਰਾ ਗੁਰੂ ਮਿਲੇ, ਮੇਰੀ ਉਹ ਅਰਦਾਸ ਸੁਣੀ ਗਈ ਹੈ। ਇਹ ਪੂਰਨ ਅਵਤਾਰ ਹੈ ਸ਼ਰਧਾ ਧਰ ਲੀਨੀ। ਤੋ ਸ਼ਰਧਾ ਧਾਰ ਲਈ ਵੀ ਇਹ ਤਾਂ ਗੁਰੂ ਅੰਗਦ ਦੇਵ ਸਾਹਿਬ ਜੀ ਪੂਰਨ ਅਵਤਾਰ ਪੂਰਨ ਗੁਰੂ ਹਨ। ਕਰ ਭੋਜਨ ਬੈਠਿਓ ਬਾਹਰ ਏਕਾਕੀ ਹੋਵਾ। ਭੋਜਨ ਛਕਿਆ ਇਕਾਂਤ ਵਿੱਚ ਬੈਠ ਗਏ ਹਨ। ਚਿਤਵਤ ਚਿਤ ਮਹਿਮਾ ਗੁਰੂ ਸੰਸੇ ਸਭ ਖੋਵਾ। ਸਭ ਮਨ ਦੇ ਸ਼ੰਕੇ ਨਿਵਰਤ ਕਰਕੇ ਇਸ ਤਰੀਕੇ ਦੇ ਨਾਲ ਤੋ ਗੁਰੂ ਪਾਤਸ਼ਾਹ ਜੀ ਦੇ ਜਸ ਵਿੱਚ ਜੁੜ ਗਿਆ ਮਨ। ਨਿਸਾ ਬਿਤਾਈ ਪੁਨ ਦਿਵਸ ਭੋਜਨ ਭਾ ਤਿਆਰੀ। ਫਿਰ ਰਾਤ ਗੁਜ਼ਾਰੀ ਹੈ, ਜਦੋਂ ਸਵੇਰ ਹੋਈ ਭੋਜਨ ਤਿਆਰ ਹੋਇਆ ਸੰਗਤਾਂ ਲਈ। ਮਿਲ ਪੰਕਤ ਬੈਠਿਓ ਤਹ ਮਨ ਮੈਂ ਇਮ ਧਾਰੀ। ਪੰਗਤ ਵਿੱਚ ਬੈਠ ਕਰਕੇ ਤੇ ਫਿਰ ਦੂਸਰੀ ਵਾਰ ਇਹ ਸੰਕਲਪ ਕੀਤਾ ਹੈ। ਸ੍ਰੀ ਗੁਰ ਸਦਾ ਸਰਬੱਗ ਹੈ ਸੰਸੇ ਕਿਛ ਨਾਹੀ। ਗੁਰੂ ਮਹਾਰਾਜ ਸਰਵ ਕਲਾ ਸਮਰੱਥ ਨੇ, ਇਸ ਗੱਲ ਵਿੱਚ ਕੋਈ ਸ਼ੰਕਾ ਨਹੀਂ ਹੈ। ਤਉ ਮੋਹਿ ਮਨ ਭਾਵਨੀ ਲਖ ਨਿਜ ਉਰਮਾਹੀ। ਮੇਰੇ ਮਨ ਦੀ ਭਾਵਨਾ ਮਹਾਰਾਜ ਆਪਣੇ ਮਨ ਵਿੱਚ ਜਾਣ ਕੇ ਸੀਤ ਪ੍ਰਸਾਦ ਸਰਬੋਤਮੰ ਬਿਨ ਜਾਚੇ ਮੋਹੀ। ਬਿਨਾ ਮੰਗੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆਪਣਾ ਸੀਤ ਪ੍ਰਸਾਦ ਬਖਸ਼ਿਸ਼ ਕਰ ਦੇਣ। ਕਿਰਪਾ ਧਾਰ ਸੋ ਦੇਹ ਅਬ ਉਰ ਮਮ ਸੁਧ ਹੋਹੀ। ਤੋ ਕਿਰਪਾ ਕਰਕੇ ਮੈਨੂੰ ਆਪਣਾ ਸੀਤ ਪ੍ਰਸਾਦ ਦੇ ਦੇਣ, ਜਿਹਦੇ ਨਾਲ ਮੇਰਾ ਹਿਰਦਾ ਛਕਣਾ ਸ਼ੁੱਧ ਹੋ ਜਾਏਗਾ। ਇਮ ਚਿਤਵਤ ਭੋਜਨ ਕਰਿਓ ਸ੍ਰੀ ਗੁਰ ਕੈ ਗੁਰ ਨ ਜਾਨੀ। ਤੋ ਇਉਂ ਜਿਸ ਵੇਲੇ ਚਿਤਵਨੀ ਕੀਤੀ ਹੈ, ਸ਼੍ਰੋਮਣੀ ਸਤਿਗੁਰੂ ਮਹਾਰਾਜ ਨੇ ਮਨ ਵਿੱਚ ਇਹ ਭਾਵਨਾ ਜਾਣ ਲਈ ਇਹਨਾਂ ਦੀ। ਆਪ ਅਚਿਉ ਤ੍ਰਿਪਤਾਏ ਕੈ ਪੁਨ ਪੀਵਤ ਪਾਨੀ। ਤੋ ਕਹਿੰਦੇ ਇਸ ਪ੍ਰਕਾਰ ਭੋਜਨ ਛਕ ਕੇ ਪਾਣੀ ਪੀ ਕੇ ਮੇਰੇ ਸਤਿਗੁਰਾਂ ਨੇ ਪਿਛੇ ਉਚਰਿਓ ਦਾਸ ਕੋ ਜੋ ਬਚਿਓ ਆਹਾਰਾ। ਸੇਵਕ ਨੂੰ ਹੁਕਮ ਕੀਤਾ ਵੀ ਆ ਜਿਹੜਾ ਭੋਜਨ ਸਾਡਾ ਬਚਿਆ ਹੈ, ਦੇਹੋ ਪੁਰਖ ਤਿਸ ਜਾਏ ਕਰ ਚਾਹੇ ਹਿਰਦੇ ਉਦਾਰਾ। ਤੋ ਭਾਈ ਉਹ ਸ੍ਰੇਸ਼ਟ ਮਨ ਵਿੱਚ ਚਾਹੁੰਦੇ ਹਨ
ਤੋ ਸਾਡੇ ਉਸ ਪੁਰਖ ਨੂੰ ਕਹਿੰਦੇ ਦੇ ਦਿਓ। ਸੁਨਤ ਆਨੰਦ ਬਿਲੰਦ ਭਾਲੇ ਕਰ ਤਬ ਖਾਇਓ। ਤੇ ਬਹੁਤ ਮਨ ਚ ਆਨੰਦ ਹੋਇਆ ਤੇ ਭੋਜਨ ਸੀਤ ਪ੍ਰਸ਼ਾਦ ਗੁਰੂ ਦਾ ਛਕ ਕੇ ਅਮਰਦਾਸ ਮਹਾਰਾਜ ਜੀ ਬਹੁਤ ਪ੍ਰਸੰਨ ਹੋ ਗਏ। ਨਿਹਚਲ ਨਿਸ਼ਚੈ ਚਿਤ ਭਇਓ ਸਮ ਮੇਰ ਥਿਰਾਇਓ। ਕਹਿੰਦੇ ਫਿਰ ਜਦੋਂ ਇਹ ਦੂਸਰੀ ਵਾਰ ਵੀ ਗੁਰੂ ਦੀ ਪਰਖ ਕਰ ਲਈ ਤਾਂ ਕਹਿੰਦੇ ਸਮੇਰ ਪਰਬਤ ਦੀ ਨਿਆਈ ਮਨ ਵਿੱਚ ਨਿਸ਼ਚਾ ਟਿਕ ਗਿਆ, ਬਹੁਤ ਖੁਸ਼ ਹੋਏ ਹਨ। ਭਈ ਸ਼ਾਂਤ ਦੁਬਦਾ ਨਸੀ ਮਨ ਤਹਾਂ ਟਿਕਾਵਾ। ਤਾਂ ਕਹਿੰਦੇ ਫਿਰ ਦੁਬਦਾ ਸਾਰੀ ਦੂਰ ਹੋ ਗਈ, ਮਨ ਨੂੰ ਸ਼ਾਂਤੀ ਮਿਲ ਗਈ ਤੇ ਗੁਰੂ ਚਰਨਾਂ ਵਿੱਚ ਮਨ ਟਿਕਾ ਲਿਆ ਹੈ। ਪਾਨ ਕਰਿਓ ਜਲ ਧੋਏ ਕਰ ਬਾਹਰ ਪੁਨ ਆਵਾ। ਦੋਵੇਂ ਹੱਥ ਇਸ ਪ੍ਰਕਾਰ ਜਲ ਛਕਿਆ, ਹੱਥ ਧੋ ਕਰਕੇ ਤੋ ਪਵਿੱਤਰਤਾ ਦੇ ਸਹਿਤ ਹੋ ਕਰਕੇ ਭੋਜਨ ਛਕ ਕੇ ਬਾਹਰ ਆਏ ਹਨ। ਰਹਿਓ ਇਕਾਂਤ ਸੋ ਬੈਠ ਕਰ ਸਭ ਦਿਵਸ ਬਤਾਇਓ। ਸਾਰਾ ਦਿਨ ਇਕਾਂਤ ਵਿੱਚ ਬੈਠੇ ਰਹੇ ਹਨ। ਭੋਜਨ ਕੋ ਜਬ ਸਮੋ ਹੋਏ ਤਬ ਅੰਤਰ ਆਇਓ। ਜਦੋਂ ਭੋਜਨ ਦਾ ਸਮਾਂ ਹੋ ਗਿਆ ਸੰਗਤ ਦਾ, ਉਦੋਂ ਸੰਗਤ ਵਿੱਚ ਆਏ ਹਨ। ਪੰਕਤ ਮਹਿ ਬੈਠੇ ਤਹਾਂ ਜੋ ਦੇਹ ਸੁਖ ਆਵੇ। ਤੋ ਇਸ ਪ੍ਰਕਾਰ ਪੰਗਤ ਵਿੱਚ ਬੈਠ ਗਏ ਨੇ, ਜੋ ਮੇਰੇ ਸਤਿਗੁਰਾਂ ਦਾ ਲੰਗਰ ਵਰਤਦਾ ਹੈ ਤੇ ਇਸ ਪ੍ਰਕਾਰ ਛਕਦੇ ਹਨ। ਪੁਨਹ ਇਕਾਕੀ ਹੋਏ ਕਰ ਪ੍ਰਭ ਗੁਣ ਮਨ ਲਾਵੇ। ਤੋ ਪਰਮੇਸ਼ਵਰ ਦੇ ਗੁਣਾਂ ਦੇ ਵਿੱਚ ਇਕਾਂਤ ਹੋ ਕਰਕੇ ਮਨ ਜੋੜਦੇ ਹਨ। ਚਉਪਈ ਇਸ ਪ੍ਰਕਾਰ ਦਿਨ ਕਿਤਕ ਬਿਤਾਏ। ਇਸ ਤਰੀਕੇ ਦੇ ਨਾਲ ਕਿੰਨੇ ਕੁ ਦਿਨ ਜਿਹੜੇ ਗੁਜ਼ਾਰੇ ਹਨ। ਰਹੇ ਬਾਹਰ ਲੈ ਭੋਜਨ ਖਾਏ। ਭੋਜਨ ਛਕ ਲੈਂਦੇ ਨੇ, ਬਾਹਰ ਟਿਕ ਕਰਕੇ ਪਰਮੇਸ਼ਰ ਦੇ ਜਸ ਵਿੱਚ ਮਨ ਜੋੜਦੇ ਹਨ। ਸ੍ਰੀ ਅੰਗਦ ਪੁਨ ਨਹੀਂ ਬੁਲਾਇਓ। ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੇ ਉਸ ਤੋਂ ਬਾਅਦ ਫਿਰ ਮੁੜ ਕੇ ਬੁਲਾਇਆ ਨਹੀਂ ਹੈ। ਕਬਹੁ ਨ ਬਚ ਸ੍ਰੀ ਮੁਖ ਫਰਮਾਇਓ। ਤੇ ਨਾ ਹੀ ਕਦੇ ਕੋਈ ਬਚਨ ਕੀਤਾ ਹੈ ਇਸ ਪ੍ਰਕਾਰ ਇਹਨਾਂ ਦੇ ਨਾਲ। ਨਹਿ ਸੰਗਤ ਮਹਿ ਮਿਲਹਿ ਲਜਾਵਹਿ। ਇਸ ਪ੍ਰਕਾਰ ਤੇ ਅਮਰਦਾਸ ਮਹਾਰਾਜ ਸੰਗਤ ਵਿੱਚ ਜਿਸ ਵੇਲੇ ਬਹਿੰਦੇ ਆ, ਉਪਦੇਸ਼ ਸੁਣਦੇ ਹਨ, ਪਰ ਗੁਰੂ ਸਾਹਿਬ ਨਾਲ ਮਿਲਦੇ ਨਹੀਂ, ਤਾਂ ਕਿ ਸੰਗ ਹੈ ਵੀ ਲੋਕੀ ਕਹਿਣਗੇ ਕੁੜਮਾ ਹੈ ਤੇ ਇੱਥੇ ਰਹਿੰਦਾ, ਦੁਨੀਆਦਾਰੀ ਹੈ। ਇਸ ਵਾਸਤੇ ਕਹਿੰਦੇ ਨੇ ਭਾਈ ਸੰਗਦੇ ਰਹਿੰਦੇ ਹੈ ਤੇ ਮਹਾਰਾਜ ਦੀ ਸੰਗਤ ਕਰਦੇ ਹਨ। ਮਿਲ ਕਰ ਤਹ ਆਹਾਰ ਕੋ ਖਾਵਹਿ। ਦੋ ਮਿਲ ਕਰਕੇ ਸੰਗਤ ਵਿੱਚ ਭੋਜਨ ਛਕਦੇ ਨੇ। ਸ੍ਰੀ ਪਰਮੇਸ਼ਰ ਨਾਮ ਬਖਾਨੇ। ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਦੇ ਹਨ। ਅਬ ਨ ਜਾਉ ਕਿਤ ਦ੍ਰਿੜ ਨਿਤ ਠਾਨੈ। ਨਿਤ ਪ੍ਰਤੀ ਮਨ ਚ ਇਹ ਹੁਣ ਪੱਕਾ ਨਿਸ਼ਚਾ ਕਰਦੇ ਵੀ ਹੁਣ ਨਹੀਂ ਇਹ ਦਰ ਛੱਡਣਾ, ਹੁਣ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਟਿਕੇ ਰਹਿਣਾ ਹੈ। ਦੋਹਰਾ ਕਿਤਕ ਦਿਵਸ ਬੀਤੇ ਜਬੈ। ਕੁਝ ਦਿਨ ਜਦੋਂ ਗੁਜ਼ਰੇ ਹਨ ਤਾਂ ਚਿਤ ਮਹਿ ਚਿਤਵਨ ਕੀਨ। ਆਪਣੇ ਮਨ ਦੇ ਵਿੱਚ ਚਿਤਵਨੀ ਕੀਤੀ, ਫੈਸਲਾ ਕੀਤਾ ਹੈ। ਸੇਵਾ ਚਾਹੀਏ ਗੁਰੂ ਕੀ। ਭਾਈ ਚਾਹੀਦਾ ਮਹਾਰਾਜ ਦੇ ਚਰਨਾਂ ਵਿੱਚ ਆਏ ਆ ਤੇ ਸੇਵਾ ਕਰਨੀ ਚਾਹੀਦੀ ਹੈ। ਜਿਸ ਤੇ ਹੋਏ ਪ੍ਰਸੀਨ। ਜਿਸ ਤੋਂ ਗੁਰੂ ਪਾਤਸ਼ਾਹ ਜੀ ਖੁਸ਼ ਹੋਣ, ਐਸੀ ਸੇਵਾ ਕੀਤੀ ਜਾਵੇ। ਸਵਈਆ ਬੇਪਰਵਾਹ ਗੁਰੂ ਹੈ। ਬੇਪਰਵਾਹ ਹਨ। ਜਦ ਪਚਿਤ ਮੈਂ ਜਿਨ ਕੇ ਚਾਹ ਨ ਕੋਈ। ਭਾਵੇਂ ਕਹਿੰਦੇ ਉਹਨਾਂ ਦੇ ਮਨ ਵਿੱਚ ਤਾਂ ਕੋਈ ਚਾਹਨਾ ਇੱਛਾ ਨਹੀਂ ਗੁਰੂ ਸਾਹਿਬ ਦੇ। ਤਦ ਪਦਾਸ ਨਿਜ ਧਰਮ ਵਿਚਾਰ ਹੈ। ਫਿਰ ਵੀ ਸਿੱਖ ਦਾ ਦਾਸ ਸੇਵਕ ਦਾ ਇਹ ਫਰਜ਼ ਹੈ ਆਪਣੇ ਧਰਮ ਦੀ ਵਿਚਾਰ ਕਰੇ। ਸੇਵਾ ਕਰਹਿ ਭਾਉ ਮਨ ਭੋਏ। ਤੋ ਆਪਣੇ ਮਨ ਨੂੰ ਭਾਵਨਾ ਵਿੱਚ ਲਿਆ ਕੇ, ਸ਼ਰਧਾ ਲਿਆ ਕੇ ਮਨ ਵਿੱਚ ਸੇਵਾ ਕਰੇ। ਪ੍ਰਥਮ ਜੁਗਨ ਮਹਿ ਤਪ ਕੋ ਤਪ ਹੈ ਸ਼ੁਦਾ ਤਪ ਹੈ। ਤੋ ਪਹਿਲੇ ਯੁਗਾਂ ਦੇ ਵਿੱਚ ਤਪੱਸਿਆ ਕਰਦੇ ਹੁੰਦੇ ਸਨ। ਸ਼ੁਦਾ ਪਿਪਾਸਾ ਸਹਿ ਕਰ ਸੋਏ। ਤੋ ਭੁੱਖ ਪਿਆਸ ਨੂੰ ਝਾਕਣਾ, ਇਸ ਪ੍ਰਕਾਰ ਤਪੱਸਿਆ ਕਰਨੀ। ਪੰਚਾਗਨ ਤਪ ਹੈ ਜਲ ਪੈਠ ਹੈ। ਕਦੇ ਸੋ 5 ਧੂਣੀਆਂ ਤਾਉਂਦੇ, ਕਦੇ ਇਸ ਪ੍ਰਕਾਰ ਜਲ ਧਾਰਾ ਕਰਦੇ, ਪਾਣੀ ਠੰਡੇ ਦੇ ਵਿੱਚ ਖੜੋ ਕਰਕੇ ਤੋ ਤਪੱਸਿਆ ਕਰਿਆ ਕਰਦੇ ਸਨ। ਬਰਖਾ ਸਹਿ ਨਗਨ ਤਨ ਹੋਏ। ਤੋ ਕਹਿੰਦੇ ਨੇ ਸਰੀਰ ਤੇ ਨੰਗੇ ਰਹਿ ਕਰਕੇ ਜੰਗਲਾਂ ਦੇ ਵਿੱਚ ਵਰਖਾ ਧੁੱਪ ਆਦਿਕ ਸਰੀਰ ਤੇ ਸਹਾਰਿਆ ਕਰਦੇ ਸਨ। ਏਕ ਚਰਨ ਪਰ ਠਾਂਡੇ ਹੋਵਤ। ਇੱਕ ਚਰਨ ਤੇ ਇੱਕ ਪੈਰ ਦੇ ਭਾਰ ਖੜੇ ਹੋ ਕਰਕੇ ਤਪ ਕਰਿਆ ਕਰਦੇ। ਊਰਦ ਬਾਹੂ ਕਿਤੇ ਰਹੰਤ। ਤੇ ਕਿੰਨੇ ਕਹਿੰਦੇ ਬਾਹਾਂ ਹੀ ਖੜੀਆਂ ਰੱਖਦੇ, ਊਰਦ ਬਾਹੂ ਖੜੇ ਸ੍ਰੀ ਬਣ ਜਾਂਦੇ। ਕੈ ਲਟਕਤ ਹੈ ਉਪਰ ਪਦ ਕਰ। ਤੇ ਕਈ ਦਰਖਤਾਂ ਦੇ ਨਾਲ ਸੋ ਉੱਪਰ ਨੂੰ ਪੈਰ ਕਰਕੇ ਤੇ ਇਸ ਪ੍ਰਕਾਰ ਦਰਖਤ ਨੂੰ ਪੈਰਾਂ ਦੇ ਨਾਲ ਇਹ ਲਟਕ ਜਾਣਾ, ਪੁੱਠੇ ਲਮਕਿਆ ਕਰਦੇ। ਚਾਹੇ ਪ੍ਰਸੰਨ ਹੋਏ ਭਗਵੰਤ। ਤੇ ਮਨ ਵਿੱਚ ਚਾਹੁੰਦੇ ਸਨ ਕਿ ਪਰਮੇਸ਼ਵਰ ਸਾਡੇ ਤੇ ਖੁਸ਼ ਹੋ ਜਾਵੇ। ਸੋ ਤਪ ਫਲ ਅਬ ਕਲੀ ਕਾਲ ਮਹਿ। ਐਸੇ ਜਿਹੜੇ ਤਪ ਹਨ
ਹੁਣ ਕਲਯੁਗ ਦੇ ਸਮੇਂ ਵਿੱਚ ਸਤ ਸੰਗਤ ਸੇਵਨ ਕਰੰਤ। ਤੋ ਉਹ ਜਿਹੜੇ ਤਪ ਨੇ ਉਹਨਾਂ ਦੇ ਮੁਕਾਬਲੇ ਕਲਯੁਗ ਦੇ ਸਮੇਂ ਵਿੱਚ ਸਤ ਸੰਗਤ ਦੀ ਸੇਵਾ ਕਰਨੀ ਜਿਹੜੀ ਹੈ ਇਹੀ ਸਾਡਾ ਤਪ ਹੈ। ਜਲ ਢੋਵਨ ਅਰ ਲੱਕਰੀ ਲਿਆਵਨ। ਤੋ ਗੁਰੂ ਦੇ ਲੰਗਰ ਵਿੱਚ ਪਾਣੀ ਢੋਣਾ, ਗੁਰੂ ਦੇ ਲੰਗਰ ਵਾਸਤੇ ਬਾਲਣ ਲੱਕੜਾਂ ਲਿਆਉਣੀਆਂ, ਇਹ ਮਹਾਨ ਤਪ ਹੈ। ਕਰਨ ਬੀਜਨੋ ਪ੍ਰਭੂ ਸਿਮਰੰਤ। ਪਰਮੇਸ਼ਵਰ ਦਾ ਸਿਮਰਨ ਕਰਨਾ ਤੇ ਸੰਗਤ ਨੂੰ ਗੁਰੂ ਸਾਹਿਬ ਨੂੰ ਪੱਖਾ ਸੇਵਾ ਕਰਨੀ। ਚਰਨ ਪਖਾਰਨ ਅੰਨ ਪਕਾਵਨ। ਤੋ ਗੁਰੂ ਦੇ ਚਰਨ ਲੰਗਰ ਵਿੱਚ ਅੰਨ ਪਕਾਉਣਾ, ਸੰਗਤਾਂ ਦੇ ਗੁਰੂ ਸਾਹਿਬ ਦੇ ਇਸ ਪ੍ਰਕਾਰ ਚਰਨ ਧੋਣੇ। ਇਤਿਆਦਿਕ ਜੇਤਕ ਹੈ ਆਨ। ਇਸ ਤਰੀਕੇ ਦੇ ਨਾਲ ਜਿਹੜੇ ਹੋਰ ਇਸ ਤਰੀਕੇ ਦੇ ਨਾਲ ਸੋ ਭਾਈ ਇਸ ਪ੍ਰਕਾਰ ਸੋ ਇਹ ਸੇਵਾ ਜੋ ਹੈ ਮਿਲ ਸਤ ਸੰਗ ਕਰਨ ਜੋ ਸੇਵਾ। ਸਤ ਸੰਗਤ ਵਿੱਚ ਮਿਲ ਕਰਕੇ ਜੋ ਸੇਵਾ ਕਰਨੀ ਹੈ। ਅਦਕ ਤਪਨ ਫਲ ਹੋਏ ਮਹਾਨ। ਤੇ ਅਨੇਕ ਤਪਾਂ ਦਾ ਫਲ ਜਿਹੜਾ ਇਹ ਮਿਲਦਾ ਹੈ ਸੰਗਤ ਦੀ ਸੇਵਾ ਕਰਕੇ। ਗੁਰ ਸੇਵਾ ਤਪਾਂ ਸਿਰ ਤਪਸਾਰ, ਕਹਿੰਦੇ ਗੁਰੂ ਦੀ ਸੇਵਾ ਕਰਨੀ ਸਭ ਤੋਂ ਮਹਾਨ ਤਪ ਹੈ। ਇਮ ਵਿਚਾਰ ਸ੍ਰੀ ਅਮਰ ਕਰਿਓ ਔਰ। ਤਾਂ ਇਸ ਤਰੀਕੇ ਨਾਲ ਸ੍ਰੀ ਅਮਰਦਾਸ ਮਹਾਰਾਜ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਵਿੱਚ ਪੁੱਜ ਕਰਕੇ ਮਨ ਵਿੱਚ ਇਹ ਵਿਚਾਰ ਕੀਤਾ ਹੈ ਕਿ ਗੁਰੂ ਸੇਵਾ ਕਰਨ ਦੇ ਨਾਲ ਮਹਾਨ ਤਪ ਹੈ, ਇਹ ਫਲ ਮਿਲਦਾ ਹੈ। ਆਨੋ ਨੀਰ ਆਪਣੇ ਪਾਨ। ਤੇ ਮਨ 'ਚ ਵਿਚਾਰ ਕੀਤਾ ਮੈਂ ਆਪਣੇ ਹੱਥਾਂ ਦੇ ਨਾਲ ਸੋ ਜਲ ਲਿਆਵਾਂ। ਨਿਤ ਸਤ ਸੰਗਤ ਦੇਵਨ ਠਾਨੋ। ਤੇ ਨਿਤ ਪ੍ਰਤੀ ਗੁਰੂ ਦੀ ਸੰਗਤ ਵਿੱਚ ਲਿਆ ਕੇ ਮੈਂ ਜਲ ਜਿਹੜਾ ਇਹ ਦਿਆ ਕਰਾਂ। ਅਰ ਸਤ ਗੁਰ ਤਨ ਕਰਹਿ ਇਸ਼ਨਾਨ। ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਇਸ਼ਨਾਨ ਵਾਸਤੇ ਜਲ ਲਿਆਵਾਂ, ਇਹ ਮਨ 'ਚ ਵਿਚਾਰ ਕੀਤੀ ਸੇਵਾ ਦੀ। ਮਿਲ ਸਿੱਖਨ ਮਹਿ ਭੰਨਿਓ ਸਭਨ ਕੋ। ਤੋ ਸਿੱਖਾਂ ਵਿੱਚ ਮਿਲ ਕਰਕੇ ਤੇ ਸਭ ਨੂੰ ਇਸ ਤਰੀਕੇ ਨਾਲ ਬਚਨ ਕੀਤਾ ਹੈ। ਜਲ ਕੀ ਸੇਵਾ ਦੇਹੋ ਮੁਝ ਦਾਨ। ਉਹ ਲੰਗਰ ਵਿੱਚ ਜਾ ਕੇ ਕਿਹਾ ਲਾਂਗਰੀ ਪ੍ਰੇਮੀਆਂ ਨੂੰ ਕਿ ਭਾਈ ਜੋ ਜਲ ਦੀ ਸੇਵਾ ਹੈ ਇਹ ਮੈਨੂੰ ਦਾਨ ਦੇ ਦਿਓ, ਕਿ ਇਹ ਮੈਂ ਹੀ ਕਰਿਆ ਕਰਾਂਗਾ। ਆਇਸ ਲੈ ਕਰ ਕਲਸ ਉਚਾਰ ਹੋ। ਉਹ ਤਾਂ ਇਹ ਕਹਿੰਦੇ ਇਸ ਪ੍ਰਕਾਰ ਆਗਿਆ ਲੈ ਕਰਕੇ ਫਿਰ ਕਲਸ ਘੜਾ ਗਾਗਰ ਚੁੱਕ ਲਈ ਹੈ ਜਲ ਲਿਆਉਣ ਵਾਸਤੇ। ਸਿਰ ਧਰ ਲਿਆਵਤ ਹੈ ਤਿਸ ਥਾਨ। ਤਾਂ ਗਾਗਰ ਸਿਰ ਤੇ ਚੁੱਕ ਕਰਕੇ ਗੁਰੂ ਦੇ ਲੰਗਰ ਵਿੱਚ ਲਿਆਉਂਦੇ ਜਲ ਢੋਂਦੇ। ਦੇਤ ਰਸੋਈ ਮਹਿ ਚਾਹੇ ਜੇਤਕ। ਜਿੰਨਾ ਕੁ ਰਸੋਈ ਲੰਗਰ ਦੇ ਵਿੱਚ ਚਾਹੀਦਾ ਜਲ ਉਤਨਾ ਲੈ ਆਉਂਦੇ ਕਰਦੇ। ਸਿੱਖਨ ਕੋ ਕਰਵਾਵਹਿ ਪਾਨ। ਤੇ ਫਿਰ ਗੁਰਸਿੱਖਾਂ ਨੂੰ ਛਕਾਉਣ ਵਾਸਤੇ ਜਲ ਲਿਆ ਕੇ ਰੱਖਦੇ ਹਨ, ਛਕਾਉਂਦੇ ਜਲ। ਮਨ ਨੀਵੋ ਕਰ ਸਾਦਰ ਬੋਲ ਹੈ। ਮਨ ਨਿਮਰਤਾ ਵਿੱਚ ਹੈ, ਹਰ ਇੱਕ ਨੂੰ ਸਤਿਕਾਰ ਨਾਲ ਬੋਲਦੇ ਹਨ। ਨਹਿ ਡੋਲੇ ਬੁੱਧ ਕੋ ਦ੍ਰਿੜ ਠਾਨ। ਤੇ ਆਪਣੀ ਬੁੱਧੀ ਅਕਲ ਆਪਣੀ ਸੋਚ ਨੂੰ ਦ੍ਰਿੜ ਪੱਕਾ ਕੀਤਾ ਹੈ ਕਿ ਡੋਲੇ ਨਾ ਹੁਣ ਮਹਾਰਾਜ ਦੀ ਸੇਵਾ ਤੋਂ। ਸ੍ਰੀ ਅੰਗਦ ਜਬ ਜਾਮ ਜਾਮਨੀ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜਾਮ ਜਾਮਨੀ ਪਹਿਰ ਰਾਤ ਰਹਿੰਦੇ ਆ ਜਦੋਂ। ਜਾਗਹਿ ਮੱਝਹਿ ਥਿਤ ਤਿਸ ਕਾਲ। ਤੋ ਜਿਸ ਵੇਲੇ ਮਹਾਰਾਜ ਇਸ਼ਨਾਨ ਕਰਦੇ ਨੇ ਉਸ ਵੇਲੇ ਕੋਲ ਜਾ ਕੇ ਥਿਤ ਖੜੇ ਹੁੰਦੇ ਹਨ। ਤਬ ਤੇ ਆਗੇ ਹੀ ਉੱਠ ਕਰ। ਤਾਂ ਉਹਨਾਂ ਤੋਂ ਪਹਿਲਾਂ ਹੀ ਉੱਠ ਕਰਕੇ ਜਲ ਆਨਹਿ ਭਰ ਕਲਸ ਵਿਸਾਲ। ਵੱਡਾ ਭਾਰੀ ਕਲਸ ਘੜਾ ਭਰ ਕਰਕੇ ਇਸ ਪ੍ਰਕਾਰ ਤੇ ਬਿਆਸਾ ਨਦੀ ਦੇ ਵਿੱਚੋਂ ਭਰ ਕੇ ਲਿਆਇਆ ਕਰਦੇ। ਅਦਕ ਪਰੀਤ ਕਰ ਸੇਵਾ ਠਨ ਹੈ। ਬਹੁਤ ਪ੍ਰੇਮ ਦੇ ਨਾਲ ਸੇਵਾ ਕਰਿਆ ਕਰਦੇ। ਪਹਿਰ ਰਾਤ ਦੇ ਰਹਿੰਦੇ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ ਤੇ ਆਪ ਜੀ ਜਾਗਦੇ ਹਨ ਇਸ਼ਨਾਨ ਪਾਨ ਕਰਨ ਵਾਸਤੇ। ਤੇ ਅਮਰਦਾਸ ਮਹਾਰਾਜ ਜੀ ਗੁਰੂ ਸਾਹਿਬ ਦੇ ਉੱਠਣ ਤੋਂ ਪਹਿਲਾਂ ਬਿਆਸਾ ਨਦੀ ਦੇ ਵਿੱਚ ਜਾ ਕਰਕੇ ਜਲ ਭਰ ਕੇ ਲਿਆਉਂਦੇ ਨੇ। ਇਸ ਪ੍ਰਕਾਰ ਸੋ ਕਾਫੀ ਪੈਂਡਾ ਹੈ। ਹਨੇਰੀ ਰਾਤ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਜਾਇਆ ਕਰਦੇ। ਨਹਿ ਅਕਲਾਮ ਹੈ ਬਲ ਹੈ ਸੰਭਾਲ। ਤੇ ਕਦੇ ਵੀ ਘਬਰਾਉਂਦੇ ਨਹੀਂ ਹਨ, ਬੜਾ ਸੰਭਲ ਕਰਕੇ ਜਲ ਲਿਆਉਂਦੇ ਹਨ। ਪ੍ਰਥਮ ਸਨਾਨ ਹੈ ਬਸਤਰ ਪਖਾਲ ਹੈ। ਤੋਂ ਪਹਿਲੇ ਇਸ ਤਰੀਕੇ ਦੇ ਨਾਲ ਆਪ ਇਸ਼ਨਾਨ ਕਰਦੇ ਨੇ, ਬਸਤਰ ਆਪਣੇ ਧੋ ਲੈਂਦੇ ਆ। ਪੁਨਹ ਸੁਸਕ ਕਰਬੇ ਹਿਤ ਡਾਲ। ਤਾਂ ਫਿਰ ਇਸ ਪ੍ਰਕਾਰ ਸੁਕਾ ਕਰਕੇ ਬਸਤਰਾਂ ਨੂੰ ਪਾਉਣ ਵਾਸਤੇ ਗਲ ਵਿੱਚ ਪਾਉਂਦੇ ਆ। ਪੁਨ ਇਕੰਤ ਹੋਏ ਸਭ ਤੇ ਬੈਠੇ ਹੈ। ਫਿਰ ਇਕਾਂਤ ਹੋ ਕਰਕੇ ਸਭ ਤੋਂ ਵੱਖਰੇ ਬਹਿ ਜਾਂਦੇ ਆ। ਕਹੇ ਨਾ ਸੁਨਹਿ ਬਚਨ ਕਿਸ ਨਾਲ। ਹੁਣ ਨਾ ਕਿਸੇ ਨੂੰ ਕੋਈ ਬਚਨ ਕਹਿੰਦੇ ਨਾ ਕਿਸੇ ਦਾ ਸੁਣਦੇ, ਲਗਾਤਾਰ ਇੱਕ ਰਸ ਭਾਵਨਾ ਰੱਖ ਕਰਕੇ ਗੁਰੂ ਦੀ ਸੇਵਾ ਵਿੱਚ ਲੱਗ ਗਏ ਹਨ। ਸਤਿਗੁਰ ਮੂਰਤ ਹਿਰਦੇ ਸੰਭਾਲ ਹੈ। ਧੰਨ ਸਤਿਗੁਰੂ ਪਾਤਸ਼ਾਹ ਜੀ ਦੀ ਗੁਰ ਕੀ ਮੂਰਤ ਮਨ ਮੈਂ ਧਿਆਨ।
ਗੁਰੂ ਪਾਤਸ਼ਾਹੀ ਦਾ ਸਰੂਪ ਮਨ ਵਿੱਚ ਧਾਰਨ ਕੀਤਾ ਹੈ। ਅਪਰ ਮਨੋਰਥ ਸਭ ਕੋ ਟਾਲ, ਬਾਕੀ ਸਾਰੇ ਮਨ ਦੇ ਫੁਰਨੇ ਜਿਹੜੇ ਟਾਲ ਦਿੱਤੇ, ਦੂਰ ਕੀਤੇ ਹਨ। ਨਿਜ ਕੁਲ ਕੋ ਨਿਜ ਗ੍ਰਹਿ ਕੋ ਤਜ ਕਰ, ਆਪਣੀ ਕੁਲ ਨੂੰ, ਆਪਣੇ ਘਰ ਨੂੰ ਛੱਡ ਕਰਕੇ ਨਹੀਂ ਜਾਏ ਪੁਨ ਕੀਨ ਸੰਭਾਲ। ਫਿਰ ਇਸ ਪ੍ਰਕਾਰ ਮੁੜ ਕੇ ਜਾ ਕੇ ਸੰਭਾਲਿਆ ਨਹੀਂ, ਘਰ ਵਿੱਚ ਮੁੜ ਕੇ ਨਹੀਂ ਗਏ ਹਨ। ਨਰ ਉਪਹਾਸ ਕਰਨ ਸਭ ਲਾਗੇ, ਸਾਰੇ ਲੋਕ ਇਸ ਤਰੀਕੇ ਦੇ ਨਾਲ ਠੱਠੇ ਮਖੌਲ ਕਰਨ ਲੱਗ ਪਏ ਹਨ। ਬ੍ਰਿਧ ਹੋਏ ਕਿਆ ਕੀਨੀ ਢਾਲ, ਤੇ ਲੋਕੀ ਇਹ ਕਹਿੰਦੇ ਨੇ, ਨਾ ਦੇਖੋ, ਕਹਿੰਦੇ ਬੁੱਢੇ ਹੋ ਕਰਕੇ ਕਿਹੜਾ ਕੰਮ ਫੜ ਲਿਆ ਹੁਣ, ਸੋ ਦੁਨੀਆ ਦਾ ਮੂੰਹ ਨਹੀਂ ਰੱਖਿਆ ਜਾਂਦਾ, ਇਦਾਂ ਲੋਕ ਕਹਿੰਦੇ ਹਨ। ਸੰਮਤ ਗਇਓ ਬੀਤ ਜਬ ਇਸ ਬਿਧ, ਇਸੇ ਤਰੀਕੇ ਨਾਲ ਸੇਵਾ ਕਰਦੇ ਆ। 1 ਸਾਲ ਦਾ ਸਮਾਂ ਜਦੋਂ ਗੁਜ਼ਰਿਆ ਹੈ ਤਾਂ ਜੀਰਨ ਬਸਤਰ ਧਰੇ ਤਨ ਮਾਹੇ, ਸਰੀਰ ਦੇ ਵਿੱਚ ਉਹ ਪੁਰਾਣੇ ਬਸਤਰ ਹੀ ਜਿਹੜੇ ਹਨ ਉਸੇ ਧਾਰਨ ਕੀਤੇ ਹੋਏ ਹਨ। ਸ੍ਰੀ ਅੰਗਦ ਸੇਵਾ ਕੇ ਤਤਪਰ ਅਪਰ, ਤੋ ਸਤਿਗੁਰੂ ਅੰਗਦ ਦੇਵ ਸਾਹਿਬ ਦੀ ਸੇਵਾ ਵਿੱਚ ਤਤਪਰ ਤਿਆਰ ਰਹਿੰਦੇ ਹਨ। ਅਪਰ ਮਨੋਰਥ ਹੋਏ ਨ ਕਾਹੇ, ਤੇ ਹੋਰ ਮਨ 'ਚ ਕੋਈ ਫੁਰਨਾ ਲਿਆਉਂਦੇ ਹੀ ਨਹੀਂ, ਵੀ ਬਸ ਗੁਰੂ ਸਾਹਿਬ ਜੀ ਦੀ ਸੇਵਾ ਹੀ ਕਰਨੀ ਹੈ। ਖਾਨ ਪਾਨ ਨਿਰਬਾਹ ਦੇਹੇ, ਇਸ ਪ੍ਰਕਾਰ ਸੋ ਖਾਣ ਪੀਣ ਦਾ ਜਿਹੜਾ ਵਿਹਾਰ ਹੈ, ਇਸ ਪ੍ਰਕਾਰ ਸ਼ੁਦਾ ਪਿਪਾਸਾ ਬਹੁ ਬਿਰਦਾਹੇ, ਜਦੋਂ ਬਹੁਤੀ ਪਿਆਸ ਲੱਗਦੀ ਤੇ ਜਲ ਤਾਂ ਛਕਦੇ ਨੇ, ਬਹੁਤੀ ਭੁੱਖ ਲੱਗਦੀ ਤਾਂ ਭੋਜਨ ਛਕਦੇ ਹਨ। ਤਬ ਕੁਛ ਕਰਹਿ ਪਹਿਰ ਬੇਪਟ ਕੀ, ਤਾਂ ਕਹਿੰਦੇ ਨੇ ਉਦੋਂ ਕੋਈ ਬਹੁਤੀ ਭੁੱਖ ਪਿਆਸ ਲੱਗਣ ਤੋਂ ਕੁਝ ਛਕਦੇ ਹਨ। ਤੇ ਜਿਹੜਾ ਸਰੀਰ ਤੇ ਪਹਿਰਨ ਦੀ ਗੱਲ ਹੈ, ਸ਼ੁੱਧ ਬੁੱਧ ਕੌਣ ਪਟ ਪਹਿਰ ਬੇਪਟ ਕੀ, ਸੁਧ ਬੁੱਧ ਕੌਣ ਕਰਹਿ। ਤੋ ਕਹਿੰਦੇ ਹੁਣ ਤੋ ਜੋ ਸਰੀਰ ਦੇ ਉੱਤੇ ਬਸਤਰ ਆਦਿਕ ਧਾਰਨ ਕਰਨੇ ਪਹਿਰਨੇ ਨੇ, ਉਹਨਾਂ ਦੀ ਕਹਿੰਦੇ ਇਸ ਪ੍ਰਕਾਰ ਕੌਣ ਖਬਰ ਕਰੇ। ਉਹ ਤਾਂ ਸਿਰਫ ਜਦੋਂ ਬਹੁਤੀ ਭੁੱਖ ਲੱਗਦੀ ਭੋਜਨ ਛਕਦੇ, ਪਿਆਸ ਲੱਗਦੀ ਜਲ ਛਕਦੇ, ਅਤੇ ਮਹਾਰਾਜ ਦੀ 8 ਪਹਿਰ ਸੇਵਾ ਵਿੱਚ ਲੱਗੇ ਰਹਿੰਦੇ ਹਨ। ਏਕ ਬਰਖ ਬੀਤਿਓ ਪਿਖ ਸਤਿਗੁਰਾਂ ਨੇ ਜਦੋਂ ਵੇਖਿਆ ਹੈ ਵੀ 1 ਸਾਲ ਗੁਜ਼ਰ ਗਿਆ ਹੈ, ਗਜ ਡੇਢਕ ਤਬ ਦੀਨ ਰੁਮਾਲ, 1.5 ਗਜ ਦਾ ਸਿਰੋਂ ਪਾਉ ਜਿਹੜਾ ਹੈ, ਸਾਲ ਤੋਂ ਬਾਅਦ ਸਾਹਿਬ ਗੁਰੂ ਅੰਗਦ ਦੇਵ ਸਾਹਿਬਾਨ ਨੇ ਬਖਸ਼ਿਸ਼ ਕੀਤਾ ਹੈ, ਸਿਰੋਂ ਪਾਉ ਦਿੱਤਾ ਹੈ। ਸੋ ਲੈ ਕਰ ਨਿਜ ਸੀਸ ਚੜਾਇਓ, ਉਸ ਨੂੰ ਲੈ ਕਰਕੇ ਆਪਣੇ ਸਿਰ ਦੇ ਉੱਤੇ ਚੜਾ ਲਿਆ, ਬੰਨ ਲਿਆ ਹੈ। ਦ੍ਰਿੜ ਕਰ ਬਾਂਧਿਓ ਰਸਰੀ ਨਾਲ, ਰੱਸੀ ਆਦ ਲੈ ਕਰਕੇ ਪੱਕਾ ਕਰਕੇ ਸਿਰ ਤੇ ਬੰਨ ਲਿਆ, ਇਹਨੂੰ ਬਣਾ ਕੇ। ਬਹੁਰ ਉਤਾਰਨ ਕੋ ਨਹਿ ਕੀਨਸ, ਤੇ ਮੁੜ ਕੇ ਸਿਰ ਤੋਂ ਉਤਾਰਿਆ ਨਹੀਂ, ਇਤਨਾ ਸਮਾਂ ਹੀ ਨਹੀਂ ਹੈ। ਸੋ ਸਿਮਰਨ ਦਾ ਤੇ ਸੇਵਾ ਦਾ ਹੀ ਸਮਾਂ ਹੈ ਹਰ ਵੇਲੇ। ਲਖ ਕਰ ਗੁਰੂ ਪ੍ਰਸਾਦ ਵਿਸਾਲ, ਤੇ ਗੁਰੂ ਦੀ ਪ੍ਰਸਾਦ ਕਿਰਪਾ ਜਾਣ ਕਰਕੇ ਆਪਣੇ ਸੀਸ ਤੇ ਸਿਰੋਂ ਪਾਉ ਸਜਾ ਲਿਆ ਹੈ। ਸੇਵਾ ਕਰਹਿ ਤਿਸੀ ਬਿਦ ਨਿਸ ਦਿਨ, ਦਿਨੇ ਰਾਤ ਹੀ ਉਸੇ ਤਰ੍ਹਾਂ ਲਗਾਤਾਰ ਸੇਵਾ ਵਿੱਚ ਲੱਗੇ ਰਹਿੰਦੇ ਹਨ। ਜਲ ਅੰਨ ਹੈ ਚਾਹੀਏ ਜਿਸ ਕਾਲ, ਤੇ ਜਿਸ ਵੇਲੇ ਲੰਗਰ 'ਚ ਜਲ ਚਾਹੀਦਾ ਉਸੇ ਵੇਲੇ ਲਿਆਣ ਕੇ ਜਲ ਭਰ ਦਿੰਦੇ ਐ। ਸਤਿਗੁਰੂ ਪਾਤਸ਼ਾਹ ਦੇ ਇਸ਼ਨਾਨ ਵਾਸਤੇ ਪਹਿਰ ਤੜਕੇ ਤੋਂ ਪਹਿਲਾਂ ਹੀ ਜਿਹੜਾ ਹੈ ਲਿਆਣ ਕੇ ਜਲ ਹਾਜ਼ਰ ਕਰਦੇ ਹਨ। ਬਰਖ 72 ਭਈ ਆਰਬਲ, ਤੋ ਕਹਿੰਦੇ ਹੁਣ 72 ਸਾਲ ਦੀ ਉਮਰ ਹੋ ਗਈ ਹੈ, ਕਿਉਂਕਿ ਸੋ ਭੱਟਾਂ ਨੇ ਸਵਈਆਂ ਦੇ ਵਿੱਚ ਜ਼ਿਕਰ ਕੀਤਾ ਹੈ ਕਿ 30 1 ਅਰ 5 ਸਿੱਧ 35 ਨਾ ਖੀਣੋ। 71 ਸਾਲ ਦੀ ਉਮਰ ਹੋ ਗਈ ਪਰ ਸਰੀਰ ਦਾ ਬਲ ਖੀਣ ਨਹੀਂ ਹੋਇਆ। 1 ਸਾਲ ਹੋ ਗਿਆ ਹੁਣ ਸੇਵਾ ਕਰਦੇ ਹਾਂ, 72 ਸਾਲ ਦੀ ਸਰੀਰ ਦੀ ਅਵਸਥਾ ਬਣ ਗਈ ਹੈ। ਤਬ ਆਏ ਸਤਿਗੁਰ ਕੇ ਪਾਸ, ਆਏ ਨੇ ਮੇਰੇ ਸਤਿਗੁਰਾਂ ਦੇ ਚਰਨਾਂ ਵਿੱਚ। ਨਿਬਲ ਸਰੀਰ ਜਰਜਰੀ ਭੂਤ ਸੋ ਤਉ ਸੇਵਕੋ ਧਰਿ ਹੁਲਾਸ, ਭਾਵੇਂ ਸਰੀਰ ਦੀ ਅਵਸਥਾ ਬਿਰਧ ਹੈ, ਜਰਜਰੀ ਭੂਤ ਸਰੀਰ ਹੈ, ਝੁਰੜੀਆਂ ਪਈਆਂ ਸਰੀਰ ਦੇ ਉੱਤੇ, ਪਰ ਕਹਿੰਦੇ ਨੇ ਉਤਸ਼ਾਹ ਬੜਾ ਹੈ ਸੇਵਾ ਕਰਨ ਦਾ। ਆਲਸ ਤਿਆਗ ਕਰਤ ਉਦਯੋਗ ਹੈ, ਉਹ ਕਹਿੰਦੇ ਨੇ ਦਲਿੱਦਰ ਤਿਆਗ ਕਰਕੇ ਉਦਮ ਭਾਰੀ ਕਰਦੇ ਹਨ। ਕਲਸ ਉਠਾਏ ਲਿਆਏ ਜਲ ਰਾਸ, ਬਹੁਤ ਸਾਰਾ ਜਲ ਜਿਹੜਾ ਨਾ ਬੰਦਾ ਸਾਰਾ, ਸੋ ਇਸ ਪ੍ਰਕਾਰ ਕਲਸ ਉਠਾ ਕਰਕੇ, ਕਲਸ ਘੜਾ ਤਥਾ ਗਾਗਰ ਉਠਾ ਕਰਕੇ ਲਿਆਉਂਦੇ ਹਨ। ਨਿਜ ਤਨ ਕੀ ਅਰ ਘਰ ਕੁਟੰਬ ਕੀ, ਤੋ ਆਪਣੇ ਘਰ ਦੀ, ਆਪਣੇ ਸਰੀਰ ਦੀ ਜੋ ਪ੍ਰਵਾਹ ਹੈ, ਸੁਧ ਭੂਲੀ ਕਰ ਗੁਰ ਨਿਰਜਾਸ, ਨਿਰਣਾ ਕਰ ਲਿਆ ਵੀ ਮੇਰਾ ਗੁਰੂ ਸਮਰੱਥ ਹੈ,
ਇਸ ਵਾਸਤੇ ਆਪਣੇ ਸਰੀਰ ਦੀ ਜਦੋਂ ਖਬਰ ਭੁਲਾ ਦਿੱਤੀ ਆ ਤੇ ਫਿਰ ਪਰਿਵਾਰ ਦੀ ਕਿਨ ਕਰਨੀ ਸੀ। ਤਨ ਕਰ ਕਰਹਿ ਕਾਰ ਸਭ, ਤੋ ਸਰੀਰ ਕਰਕੇ ਸਾਰਾ ਸੇਵਾ ਦਾ ਕੰਮ ਕਰਦੇ ਸੰਭਾਲਦੇ ਹਨ। ਸੇਵਾ ਮਨ ਕਰ ਗੁਰ ਕੋ ਸਦਾ ਸੰਭਾਲ। ਤੋ ਮੈਂ ਸਤਿਗੁਰੂ ਪਾਤਸ਼ਾਹ ਦੀ ਮਨ ਕਰਕੇ ਸੇਵਾ ਸੰਭਾਲ ਕਰਦੇ ਹਨ। ਕੇਤਕ ਨਰ ਜਬ ਮਿਲਹਿ ਆਨ, ਜਦੋਂ ਕਿੰਨੇ ਕੁ ਲੋਕ ਆਣ ਕੇ ਮਿਲਦੇ ਹਨ ਤਾਂ ਬੂਝਹਿ ਸਦਨ ਆਪਣੇ ਚਾਲ। ਤਾਂ ਇਸ ਪ੍ਰਕਾਰ ਆਣ ਕੇ ਪੁੱਛਦੇ ਨੇ ਵੀ ਤੁਸੀਂ ਆਪਣੇ ਘਰ ਚੱਲੋ ਹੁਣ। ਨਿਜ ਬੰਦਪ ਕੋ ਸੁਧ ਲਿਹੋ ਨੀਕੇ, ਆਪਣੇ ਸੰਬੰਧੀਆਂ ਦੀ ਆਪੇ ਪਰਿਵਾਰ ਦੀ ਖਬਰ ਲਿਆਓ ਜਾ ਕੇ। ਕੁਟੰਬ ਮਿਲਹੋ ਤੁਝ ਚਾਹਤ ਵਿਸਾਲ। ਤੁਹਾਡਾ ਪਰਿਵਾਰ ਤੁਹਾਨੂੰ ਬਹੁਤ ਚਾਹੁੰਦਾ ਹੈ, ਤੁਸੀਂ ਜਾ ਕੇ ਪਰਿਵਾਰ ਦੀ ਸੰਭਾਲ ਕਰੋ। ਕਿਉ ਇਤ ਬੈਠ ਰਹਿਓ ਕਿਆ ਲੇਵਹਿ, ਤੁਸੀਂ ਕਿਉਂ ਇੱਥੇ ਬੈਠੇ ਹੋ, ਕੀ ਲੈ ਲਓਗੇ? ਹੁਣ ਲੋਕਾਂ ਨੂੰ ਕੀ ਪਤਾ ਕੀ ਲੈਣ ਵਾਸਤੇ ਬੈਠੇ ਹਨ। ਸਭ ਬਿਦ ਸੰਕਟ ਸਹਿ ਕਰਾਲ। ਤੁਸੀਂ ਸਾਰੇ ਤਰੀਕਿਆਂ ਦੇ ਨਾਲ ਇਸ ਬਿਰਧ ਅਵਸਥਾ ਵਿੱਚ ਇਹੋ ਜਿਹਾ ਸੰਕਟ ਕਸ਼ਟ ਸਹਾਰ ਰਹੇ ਹੋ ਸਰੀਰ ਤੇ। ਤਿਨ ਸੋ ਕਹੇ ਨਾ ਹਮਰਾ ਕੋਈ, ਤੇ ਉਹਨਾਂ ਨੂੰ ਜਵਾਬ ਇੱਕੋ ਹੀ ਦਿੰਦੇ ਨੇ, ਕਹਿੰਦੇ ਮੇਰਾ ਕੋਈ ਨਹੀਂ ਹੈ। ਹਮ ਕਿਸਹੂ ਕੇ ਨਹਿ ਕਿਸ ਕਾਲ। ਤੇ ਨਾ ਹੀ ਅਸੀਂ ਕਿਸੇ ਸਮੇਂ ਕਿਸੇ ਦੇ ਹੁਣ ਬਣੇ, ਨਾ ਮੇਰਾ ਕੋਈ ਤੇ ਨਾ ਮੈਂ ਕਿਸੇ ਦਾ ਹਾਂ। ਜਿਮ ਪ੍ਰਵਾਹ ਮੈਂ ਤ੍ਰਿਣ ਮਿਲ ਜਾਵਹਿ, ਜਿਸ ਤਰ੍ਹਾਂ ਕਹਿੰਦੇ ਇਹ ਤਾਂ ਦੁਨੀਆਦਾਰੀ ਹੈ। ਜਿਸ ਤਰ੍ਹਾਂ ਨਦੀ ਦਾ ਪ੍ਰਵਾਹ ਜਲ ਦਾ ਚੱਲਦਾ ਹੈ, ਉਹਦੇ ਵਿੱਚ ਕਈ ਵਾਰੀ ਕੱਖ ਇਕੱਠੇ ਹੋ ਜਾਂਦੇ ਆ ਤੇ ਕਈ ਵਾਰੀ ਵਿਛੜ ਜਾਂਦੇ ਹਨ। ਤਥਾ ਮੇਲ ਸਭ ਕੋ ਸਭ ਨਾਲ, ਇਹ ਸਾਰਿਆਂ ਨਾਲ ਮੇਲ ਇਸੇ ਤਰ੍ਹਾਂ ਹੀ ਹੈ ਪ੍ਰਾਰਬਧ ਕਰਕੇ। ਉਤਰਨ ਪਾਰ ਤਰੀ ਪਰ ਮੇਲਾ, ਜਿਸ ਤਰ੍ਹਾਂ ਨਦੀ ਤੋਂ ਪਾਰ ਕਰਨ ਵਾਸਤੇ ਬੇੜੀ ਦੇ ਵਿੱਚ ਮਿਲਾਪ ਹੋ ਜਾਂਦਾ, ਇਕੱਠਾ ਹੋ ਜਾਂਦਾ ਪੂਰ ਬੇੜੀ ਦਾ। ਪੁਨ ਬਿਸ਼ਰਹਿ ਨਹਿ ਕਰਹਿ ਸੰਭਾਲ। ਤੇ ਜਦੋਂ ਫਿਰ ਅਗਲੇ ਕਿਨਾਰੇ ਪੂਰ ਪਹੁੰਚ ਜਾਂਦਾ, ਬੇੜੀ ਚੋਂ ਨਿਕਲ ਕੇ ਕੋਈ ਨਹੀਂ ਇੱਕ ਦੂਜੇ ਦੀ ਸੰਭਾਲ ਕਰਦਾ, ਆਪੋ ਆਪਣੇ ਰਸਤਿਆਂ ਤੇ ਚੱਲ ਜਾਂਦੇ ਹਨ। ਆਏ ਪਾਹੁਨ ਨਿਸ ਬਿਸਰਾਮਹਿ, ਤੋਂ ਪ੍ਰਾਹੁਣਾ ਆਉਂਦਾ ਹੈ, ਰਾਤ ਵਿਸ਼ਰਾਮ ਕਰਦਾ ਹੈ ਆਣ ਕੇ। ਹੋਤ ਭਰਾਤ ਮਾਰਗ ਕੋ ਚਾਲ, ਤੇ ਸਵੇਰ ਹੁੰਦਿਆਂ ਹੀ ਆਪਣੇ ਰਸਤੇ ਤੇ ਤੁਰ ਜਾਂਦਾ ਹੈ। ਅਬ ਮੇਰੇ ਸਤਿਗੁਰ ਹੈ ਸਭ ਕਿਛ, ਕਹਿੰਦੇ ਹੁਣ ਗੁਰੂ ਹੀ ਮੇਰਾ ਸਭ ਕੁਝ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਕਹਿੰਦੇ ਹੁਣ ਸਾਡਾ ਤਾਂ ਭਾਈ ਗੁਰੂ ਹੀ ਆ ਸਭ ਕੁਝ। ਸਦਨ ਕੁਟੰਬ ਪਿਤਾ ਅਰ ਮਾਤ, ਮੇਰਾ ਘਰ ਵੀ, ਮੇਰਾ ਪਰਿਵਾਰ ਵੀ, ਮੇਰੇ ਸੰਬੰਧੀ ਹੁਣ ਸਭ ਕੁਝ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਹਨ। ਇਹੀ ਸਹਾਇਕ ਹੋਏ ਅੰਤ ਕੋ, ਤੇ ਅੰਤ ਨੂੰ ਮੇਰੀ ਸਹਾਇਤਾ ਇਹੋ ਹੀ ਕਰਨਗੇ। ਰਹਿ ਏਕਲ ਜਹ ਕੋਇ ਨ ਜਾਤ, ਤੇ ਜਿੱਥੇ ਕੋਈ ਨਹੀਂ ਜਾਂਦਾ ਉੱਥੇ ਇਕੱਲੇ ਮੇਰੇ ਗੁਰੂ ਸਾਹਿਬ ਜਾਣਗੇ, ਪਰਲੋਕ ਤੱਕ ਮੇਰੀ ਸਹਾਇਤਾ ਕਰਨਗੇ। ਜੀਵਤ ਪ੍ਰਾਨ ਆਧਾਰ ਇਹੀ ਹੈ, ਤੇ ਜਦੋਂ ਤੱਕ ਜੀਵਨ ਜਿਉਂਦਾ, ਸਰੀਰ ਹੈ ਜਿਉਂਦਾ ਹੈ, ਸਾਡੇ ਪ੍ਰਾਣਾਂ ਦਾ ਆਸਰਾ ਵੀ ਗੁਰੂ ਸਾਹਿਬ ਹੀ ਹਨ। ਬਿਨ ਪਗ ਦੇਖੇ ਕਛ ਨਾ ਸੁਹਾਤ, ਬਿਨਾ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਦੇ ਦਰਸ਼ਨਾਂ ਤੋਂ ਕਹਿੰਦੇ ਮੈਨੂੰ ਕੁਛ ਨਹੀਂ ਸੋਭਦਾ, ਚੰਗਾ ਨਹੀਂ ਲੱਗਦਾ ਹੈ। ਇਮ ਸੁਨ ਲੋਕ ਪਿਆਨ ਹੈ ਘਰ ਕੋ, ਇਉਂ ਲੋਕੀ ਜਿਹੜੇ ਆਉਂਦੇ ਆ ਤੋ ਇਉਂ ਗੱਲਾਂ ਕਰਦੇ ਆ, ਮਹਾਰਾਜ ਨੂੰ ਕਹਿੰਦੇ ਨੇ, ਜਦੋਂ ਜਵਾਬ ਸੁਣ ਲੈਂਦੇ ਆ ਤੇ ਆਪਣੇ ਘਰਾਂ ਨੂੰ ਮੁੜ ਜਾਂਦੇ ਆ। ਜਾਣਹਿ ਭਇਓ ਨਲਾਇਕ ਗਾਤ, ਤੇ ਲੋਕੀ ਜਾਣਦੇ ਨੇ, ਕਹਿੰਦੇ ਸਰੀਰ ਕਰਕੇ ਇਹ ਤਾਂ ਨਲਾਇਕ ਹੋ ਗਏ ਨੇ, ਇਹ ਤਾਂ ਘਰ ਤੋਂ ਗਏ ਹਨ। ਕਰਤ ਸੇਵ ਨਿਸ ਦਿਨ ਸ੍ਰੀ ਗੁਰ ਕੀ, ਧੰਨ ਭਾਈ ਦਿਨ ਰਾਤ ਸ਼੍ਰੋਮਣੀ ਧੰਨ ਗੁਰੂ ਅੰਗਦ ਦੇਵ ਸਾਹਿਬ ਦੀ ਸੇਵਾ ਕਰਦੇ ਆ। ਅਹਮੇਵ ਤਜ ਕੇ ਸਭ ਰੀਤ, ਸਭ ਤਰੀਕਿਆਂ ਦਾ ਅਹੰਕਾਰ ਦਾ ਤਿਆਗ ਕਰਕੇ ਗੁਰੂ ਦੀ ਸੇਵਾ ਵਿੱਚ ਜੁਟਦੇ ਹਨ। ਦਿਨ ਪ੍ਰਤ ਅਦਕ ਅਦਕ ਹੀ ਸੇਵ ਹੈ, ਹੁਣ ਜਿਵੇਂ ਜਿਵੇਂ ਦਿਨ ਗੁਜ਼ਰਦੇ ਨੇ ਸੇਵਾ ਦੇ ਵਿੱਚ ਆਨੰਦ ਬਣਦਾ ਹੈ, ਬਹੁਤੀ ਸੇਵਾ ਕਰਦੇ ਹਨ। ਕਰਤ ਚੌਂਪ ਅਤ ਉਪਜਤ ਚੀਤ, ਤਾਂ ਬੜਾ ਮਨ ਵਿੱਚ ਸੋ ਚੌਂਪ ਚਾਹ ਉਪਜਦਾ ਹੈ, ਬਹੁਤੀ ਚਿੱਤ ਵਿੱਚ ਸੋ ਚਾਉ ਪੈਦਾ ਕਰਕੇ ਮਹਾਰਾਜ ਦੀ ਪ੍ਰੇਮ ਨਾਲ ਸੇਵਾ ਕਰਦੇ ਹਨ। ਸੁਨਹਿ ਨਾ ਭਨਹਿ ਨਾ ਆਨ ਬੈਨ, ਕੋਈ ਵੀ ਦੂਸਰਾ ਬਚਨ ਨਾ ਸੁਣਦੇ, ਕਿਸੇ ਦਾ ਨਾ ਮੁਖ ਤੋਂ ਕਹਿੰਦੇ ਹਨ। ਮਨ ਗਿਨਹਿ ਨਾ ਗਿਣਤੀ ਕਛ ਬੇਪਰੀਤ, ਕੋਈ ਵੀ ਦੁਨੀਆ ਵਾਲੀ ਉਲਟੀ ਗਿਣਤੀ ਮਨ ਚ ਨਹੀਂ ਸੋਚਦੇ। ਦੁਨੀਆ ਸੋਚੀ ਜਾਵੇ, ਆਪਣਾ ਤਾਂ ਸਿੱਧਾ ਹੀ ਕਹਿੰਦੇ ਸ਼ਰਧਾ ਵਾਲਾ ਪਿਆਰ ਰੱਖਿਆ ਹੋਇਆ ਗੁਰੂ ਨਾਲ। ਤਨ ਮਨ ਅਰਪਿਓ ਚਰਨ ਗੁਰੂ ਕੇ, ਆਪਣਾ ਤਨ ਵੀ ਆਪਣਾ ਮਨ ਵੀ ਧੰਨ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ, ਸਮਰਪਣ ਕੀਤਾ ਹੋਇਆ ਹੈ। ਇਸੀ ਖਿਆਲ ਮਹਿ ਪਰਮ ਅਤੀਤ, ਇਸੇ ਖਿਆਲ ਵਿੱਚ ਪਰਮ ਅਤੀਤ ਬਰਖਤ ਬਣੇ ਹੋਏ ਹਨ। ਪੁਨ ਸੰਮਤ ਦੂਸਰ ਭਾ ਪੂਰਨ, ਦੂਸਰਾ ਸਾਲ ਜਦੋਂ ਪੂਰਾ ਹੋ ਗਿਆ, ਸ੍ਰੀ ਗੁਰ ਦੂਜੋ ਦੀਨ ਰੁਮਾਲ, ਸਾਲ ਤੋਂ ਬਾਅਦ ਫਿਰ ਦੂਸਰਾ ਸਿਰੋਪਾਓ ਜਿਹੜਾ ਹੈ
ਉਹ ਗੁਰੂ ਅੰਗਦ ਦੇਵ ਸਾਹਿਬ ਨੇ ਬਖਸ਼ਿਸ਼ ਕੀਤਾ ਹੈ। ਬਖਸ਼ਿਸ਼ ਜਾਨੀ ਸੁਆਮੀ ਕਰ ਕੀ, ਸਤਿਗੁਰਾਂ ਦੇ ਹੱਥ ਦੀ ਬਖਸ਼ਿਸ਼ ਜਾਣ ਕੇ ਸਿਰ ਪਰ ਬਾਂਧ ਲੀਨ ਤਤਕਾਲ, ਤੇ ਝਟ ਹੀ ਉਸ ਨੂੰ ਆਪਣੇ ਸਿਰ ਦੇ ਉੱਤੇ ਬੰਨ੍ਹ ਲਿਆ ਹੈ। ਦ੍ਰਿੜ ਕਰ ਦਾਮ ਜੇ ਉਤਰਹਿ ਨਾਹਿਨ, ਤੋ ਪੱਕੇ ਰੱਸੀ ਨਾਲ ਪੱਕਾ ਕਰਕੇ ਬੰਨ੍ਹ ਲਿਆ ਵੀ ਸਿਰ ਤੋਂ ਲੱਥੇ ਨਾ। ਸਿਥਲ ਹੋਏ ਪੁਨ ਲੇਹ ਸੰਭਾਲ, ਤੇ ਜੇ ਥੋੜਾ ਬਹੁਤਾ ਢਿੱਲਾ ਹੁੰਦਾ ਤੇ ਸਾਂਭ ਲੈਂਦੇ ਹਨ। ਕਬਹੁ ਨਹੀਂ ਉਤਾਰ ਨਿਹਾਰੀ, ਕਦੇ ਵੀ ਸਿਰ ਤੋਂ ਕਹਿੰਦੇ ਇਹਨਾਂ ਨੂੰ ਉਤਾਰਿਆ ਨਹੀਂ ਹੈ, ਨਾ ਹੀ ਸਿਰ ਵੱਲ ਕਦੇ ਦੇਖਿਆ ਹੈ। ਭੀਜਹਿ ਕਈ ਬਾਰ ਜਲ ਨਾਲ, ਕਈ ਵਾਰੀ ਜਲ ਦੇ ਨਾਲ ਭਿੱਜ ਜਾਂਦਾ ਹੈ ਇਹ ਸਾਰਾ ਹੀ ਜਿਹੜਾ ਸਿਰ ਦੇ ਉੱਤੇ ਬੰਨਿਆ ਹੋਇਆ ਬਸਤਰ ਹੈ। ਬੈਸ ਘਟਤ ਨਿਤ ਪ੍ਰੇਮ ਬਦਤ ਚਿਤ, ਉਹ ਕਹਿੰਦੇ ਨੇ ਭਾਈ ਉਮਰ ਵੱਧ ਰਹੀ ਹੈ ਤੇ ਉਮਰ ਜਿਹੜੀ ਆ ਘਟ ਰਹੀ ਹੈ ਤੇ ਪ੍ਰੇਮ ਹਿਰਦੇ 'ਚ ਵੱਧ ਰਿਹਾ ਹੈ। ਤਯੋ ਤਯੋ ਸੇਵਾ ਕਰਹਿ ਕਿਰਪਾਲ, ਤੇ ਉਵੇਂ ਉਵੇਂ ਸੇਵਾ ਵੱਧ ਕਰਦੇ ਨੇ, ਭਾਵ ਸਰੀਰ ਦੀ ਉਮਰ ਉੱਦਾਂ ਕਹਿ ਲਓ ਸਾਲ ਵੱਧਦੇ ਆ ਤੇ ਜਿੰਨਾ ਪਰਮੇਸ਼ਵਰ ਨੇ ਲਿਖਿਆ ਉਹ 'ਚੋਂ ਘਟ ਰਹੇ ਨੇ, ਤੇ ਚਿੱਤ ਦਾ ਚਾਓ ਜਿਹੜਾ ਵੱਧ ਰਿਹਾ ਹੈ ਤੇ ਬਹੁਤੇ ਚਾਅ ਦੇ ਨਾਲ ਵੱਧ ਸੇਵਾ ਕਰਦੇ ਹਨ। ਨਰ ਉਪਹਾਸ ਜੇ ਠਨ ਹੈ ਮੂਰਖ, ਜਿਹੜੇ ਮੂਰਖ ਲੋਕ ਨੇ ਉਹ ਕਈ ਪ੍ਰਕਾਰ ਦੇ ਠੱਠੇ ਮਖੌਲ ਕਰਦੇ ਆ। ਨਹਿ ਮਾਨਹਿ ਕਰ ਮੌਨ ਵਿਸਾਲ, ਕਿਸੇ ਦੀ ਗੱਲ ਸੁਣਦੇ ਨਹੀਂ, ਚੁੱਪ ਰਹਿੰਦੇ ਹਨ, ਜਵਾਬ ਕੋਈ ਦਿੰਦੇ ਨਹੀਂ। ਭਾਉ ਭਗਤ ਮਹਿ ਜਾਗਹਿ ਨਿਤ ਪ੍ਰਤ, ਪ੍ਰੇਮਾ ਭਗਤੀ ਵਿੱਚ ਨਿਤ ਜਾਗਦੇ ਹਨ। ਸੋਇਓ ਜੇ ਜਗ ਕੇ ਜੰਜਾਲ, ਤੇ ਜਿਹੜੇ ਸੰਸਾਰ ਦੇ ਜੰਜਾਲ ਫਸੌਤੀਆਂ ਇਧਰੋਂ ਸੌਂ ਗਏ ਹਨ, ਇਧਰ ਦਾ ਕੋਈ ਖਿਆਲ ਨਹੀਂ ਦੁਨੀਆਦਾਰੀ ਦਾ ਕਰਦੇ। ਬਸਤਰ ਫਟਤ ਤਨ ਦੁਰਬਲ ਹੋਇਓ, ਸਰੀਰ ਦੁਰਬਲ ਹੋ ਰਿਹਾ, ਕਮਜ਼ੋਰ ਹੋ ਰਿਹਾ ਹੈ ਤੇ ਬਸਤਰ ਸਰੀਰ ਦੇ ਜਿਹੜੇ ਨੇ ਪੁਰਾਣੇ ਹੋ ਗਏ, ਫਟ ਗਏ ਹਨ। ਗੁਰ ਅਨਰਾਗ ਧਰੇ ਰੰਗ ਲਾਲ, ਪਰ ਗੁਰੂ ਦੇ ਪ੍ਰੇਮ ਵਿੱਚ ਲਾਲ ਰੰਗ ਅੰਦਰ ਚੜ ਰਿਹਾ ਹੈ ਮਨ ਦੇ। ਤ੍ਰਿਤੀ ਬਰਖ ਮਹਿ ਸ੍ਰੀ ਗੁਰ ਅੰਗਦ, ਤੀਜਾ ਸਾਲ ਗੁਜ਼ਰਿਆ ਤੇ ਗੁਰੂ ਅੰਗਦ ਦੇਵ ਸਾਹਿਬ ਨੇ ਤ੍ਰਿਤੀ ਡੇਢ ਗਜ ਦੀਨਹੁ ਚੀਰ, ਤਾਂ ਤੀਸਰਾ ਜਿਹੜਾ ਹੈ ਸਿਰੋਂ ਪਾਉ 1.5 ਗਜ ਦਾ ਮੇਰੇ ਹਜੂਰ ਨੇ ਬਖਸ਼ਿਸ਼ ਕੀਤਾ ਹੈ। ਨਹਿ ਬੋਲਹਿ ਤਹਿ ਸੰਗ ਕਬਹਿ, ਤੇ ਕਦੇ ਵੀ ਬਚਨ ਨਹੀਂ ਕਰਦੇ। ਸਤਿਗੁਰੂ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਵੀ ਕਦੇ ਬੋਲਦੇ ਨਹੀਂ, ਬਚਨ ਨਹੀਂ ਕਰਦੇ ਉਹਨਾਂ ਦੇ ਨਾਲ। ਬੈਠੇ ਦੂਰ ਕੇ ਹੋਵਹਿ ਤੀਰ, ਭਾਵੇਂ ਨੇੜੇ ਬੈਠੇ ਹੋਣ ਤੇ ਭਾਵੇਂ ਦੂਰ ਬੈਠੇ ਹੋਣ, ਕਦੇ ਕੋਈ ਬਚਨ ਨਹੀਂ ਕਰਦੇ ਹਨ। ਹਾਥ ਚਰਨ ਜੁਗ ਭਏ ਬਿਬਰਨੇ, ਹੱਥਾਂ ਦੇ ਪੈਰਾਂ ਦਾ ਕਹਿੰਦੇ ਰੰਗ ਬਦਲ ਗਿਆ ਹੈ, ਹਰ ਵੇਲੇ ਸੇਵਾ 'ਚ ਲੱਗੇ ਰਹਿਣਾ। ਫਟੇ ਮਾਸ ਲਾਗੇ ਜਲ ਸੀਰ, ਠੰਡਾ ਪਾਣੀ ਲੱਗ ਲਾ ਕੇ ਹੱਥ ਪੈਰ ਫੁੱਟ ਗਏ ਹਨ। ਤਉ ਨ ਮਨ ਮਹਿ ਫੁਰੇ ਔਰ ਬਿਦ, ਪਰ ਮਨ ਵਿੱਚ ਕੋਈ ਫੁਰਨਾ ਹੋਰ ਕੋਈ ਵਿਧੀ ਜਿਹੜੀ ਹੈ ਨਾ ਮਨ 'ਚ ਫੁਰਦੀ ਨਹੀਂ, ਕੋਈ ਮਨ 'ਚ ਹੋਰ ਵਿਚਾਰ ਨਹੀਂ ਆਉਂਦਾ ਹੈ। ਇੱਕ ਸੇਵਾ ਕੇ ਤਤ ਪਰ ਧੀਰ, ਧੀਰਜ ਧਾਰ ਕਰਕੇ ਇੱਕ ਸੇਵਾ ਵਿੱਚ ਤਿਆਰ ਰਹਿੰਦੇ ਹਨ। ਜਾਮ ਜਾਮਨੀ ਜਾਗਹਿ ਅਨਹਿ ਜਲ ਕੋ ਕਲਸ, ਤੋ ਕਹਿੰਦੇ ਪਹਿਰ ਰਾਤ ਜਾਗ ਕੇ ਤੋ ਇਸ ਪ੍ਰਕਾਰ ਜਲ ਦਾ ਜਿਹੜਾ ਕਲਸ ਹੈ, ਕਿਉਂਕਿ ਜੇ ਘੜਾ ਹੋਵੇ ਤੇ ਫਿਰ ਤੇ ਜਦੋਂ ਖੱਡੀ 'ਚ ਸੋ ਠੇਡਾ ਲਾ ਕੇ ਡਿੱਗੇ ਉਦੋਂ ਟੁੱਟ ਜਾਣਾ ਸੀ, ਤੇ ਗਾਗਰ ਜਿਹੜੀ ਹੈ ਉਹ ਸਾਬਤ ਰਹੀ ਹੈ। ਇਸ ਵਾਸਤੇ ਕਲਸ ਸੋ ਗਾਗਰ ਜਿਹੜੀ ਹੈ ਉਹ ਚੱਕ ਕਰਕੇ ਜਲਦੀ ਲਿਆਉਂਦੇ ਹਨ। ਕਰਾਏ ਇਸ਼ਨਾਨ, ਤੋ ਇਸ਼ਨਾਨ ਕਰਾਉਂਦੇ ਗੁਰੂ ਸਾਹਿਬਾਂ ਦਾ। ਚਰਨ ਪਖਾਰਹਿ ਬਸਤਰ ਪਖਾਰਹਿ, ਗੁਰੂ ਸਾਹਿਬ ਦੇ ਚਰਨ ਧੋਂਦੇ ਹਨ, ਸਤਿਗੁਰਾਂ ਦੇ ਬਸਤਰ ਧੋਂਦੇ ਸਾਫ਼ ਕਰਦੇ ਹਨ। ਪੁਨ ਪਰਮੇਸ਼ਰ ਸਿਮਰਨ ਠਾਨ, ਤੇ ਫਿਰ ਜਦੋਂ ਗੁਰੂ ਸਾਹਿਬ ਜੀ ਸਿਮਰਨ ਵਿੱਚ ਜੁੜ ਜਾਂਦੇ ਹੈ, ਅਮਰਦਾਸ ਮਹਾਰਾਜ ਜੀ ਉਹ ਵੀ ਸਿਮਰਨ ਵਿੱਚ ਜੁੜ ਜਾਂਦੇ ਹਨ। ਬਹੁਤ ਦੇਗ ਹਿਤ ਨੀਰ ਘਟਾ ਭਰ, ਤੋ ਬਹੁਤ ਸਾਰੇ ਘੜੇ ਭਰ ਕਰਕੇ ਗੁਰੂ ਦੇ ਲੰਗਰ ਵਿੱਚ ਪਾਉਂਦੇ ਹਨ। ਚਾਹੀਏ ਜਿਤਕ ਤਿਤਕ ਦੇ ਆਨ, ਜਿੰਨਾ ਕੁ ਜਲ ਚਾਹੀਦਾ ਓਨਾ ਹੀ ਲਿਆ ਕੇ ਭਰ ਦਿੰਦੇ ਲੰਗਰ ਵਿੱਚ। ਸਮਦਾ ਅਨਹਿ ਜਾਰਨ ਠਾਨਹਿ, ਲੱਕੜਾਂ ਲਿਆਉਂਦੇ ਨੇ ਗੁਰੂ ਦੇ ਲੰਗਰ ਵਿੱਚ ਬਾਲਣ ਬਾਲਦੇ ਹਨ। ਪੁਨ ਪੰਕਤ ਜੁਤ ਕਰਹੀ ਖਾਨ, ਫਿਰ ਜਦੋਂ ਪੰਗਤ ਲੱਗਦੀ ਹੈ ਉਦੋਂ ਪੰਗਤ 'ਚ ਬਹਿ ਕੇ ਛਕਦੇ ਹਨ। ਪਾਤਰ ਸੁਧਾਰ ਹੈ ਸਤਿਗੁਰ ਕੇ ਸਭ, ਸਤਿਗੁਰਾਂ ਦੇ ਸਾਰੇ ਹੀ ਬਰਤਨ ਜਿਹੜੇ ਮਾਂਜ ਧੋ ਕੇ ਸਾਫ਼ ਕਰਦੇ ਹਨ। ਗਰਮੀ ਬਿਖੇ ਸੋ ਹੱਕ ਹੈ ਪੌਨ, ਤੇ ਗਰਮੀ ਦੇ ਸਮੇਂ ਜਦੋਂ ਗੁਰੂ ਸਾਹਿਬ ਵਿਸ਼ਰਾਮ ਕਰਦੇ ਉਦੋਂ ਪੱਖਾ ਝੱਲਦੇ ਹਨ। ਜਬ ਜਲ ਪਾਨ ਕਰਹਿ ਲੈ ਆਵਹਿ, ਜਦੋਂ ਮੇਰੇ ਸਤਿਗੁਰੂ ਜੀ ਨੇ ਜਲ ਛਕਣਾ ਹੋਵੇ ਤੇ ਲਿਆ ਕੇ ਛਕਾਉਂਦੇ ਹਨ। ਸੇਜ ਸੁਧਾਰ ਹੈ ਹਿਤ ਗੁਰ ਸੌਨ, ਸਤਿਗੁਰੂ ਜੀ ਦੇ ਵਿਸ਼ਰਾਮ ਕਰਨ ਵਾਸਤੇ ਆਸਣ ਮਹਾਰਾਜ ਦਾ ਸਵਾਰਦੇ ਹਨ। ਚਰਨ ਅੰਗੂਠੇ ਮਹਿ ਬ੍ਰਣ ਪਾਕੋ, ਤੋ ਕਹਿੰਦੇ ਨੇ ਵੀ ਮਹਾਰਾਜ ਦੂਜੇ ਪਾਤਸ਼ਾਹ ਜੀ ਦੇ ਸੋ ਚਰਨਾਂ ਦੇ ਵਿੱਚ ਫੋੜਾ ਪੱਕਿਆ ਹੋਇਆ ਸੀ। ਨਿਜ ਆਨਨ ਮਹਿ ਰਾਖੇ ਤੌਨ, ਜਦੋਂ ਗੁਰੂ ਸਾਹਿਬ ਜੀ ਬਿਰਾਜਦੇ ਤੇ ਆਪਣੇ ਮੁਖ ਵਿੱਚ ਪਾ ਕੇ ਅੰਗੂਠਾ ਰੱਖਦੇ ਸਨ। ਮੁਖ ਕੇ ਗਰਮ ਸਵਾਸਤੇ ਦੁਖ ਨਹਿ ਜਾਤੇ ਧਰਹਿ,
ਤੋ ਕਹਿੰਦੇ ਨੇ ਮੁਖ ਦੇ ਵੀ ਗਰਮ ਸਵਾਸ ਦੇ ਨਾਲ ਅੰਗੂਠੇ ਨੂੰ ਗਰਮੈਸ਼ ਰਹੂਗੀ ਤੇ ਮਹਾਰਾਜ ਨੂੰ ਕੋਈ ਕਸ਼ਟ ਨਹੀਂ ਹੋਵੇਗਾ। ਜਾਂ ਤੇ ਧਰਹਿ ਬੈਠ ਰਹਿ ਭਉਨ, ਤੋ ਇਸੇ ਤਰੀਕੇ ਨਾਲ ਘਰ ਦੇ ਮਹਾਰਾਜ ਦੇ ਹਜ਼ੂਰੀ ਵਿੱਚ ਬੈਠੇ ਰਹਿੰਦੇ ਹਨ। ਜਬ ਮੁਖ ਰੁਦਰ ਰਾਦ ਕਿਸ ਆਵਹਿ, ਕੋਈ ਖੂਨ ਜਾਂ ਰਾਧ ਪਾਕ ਮੂੰਹ 'ਚ ਜਦੋਂ ਆ ਜਾਂਦੀ ਹੈ ਤਿਸ ਤਾਂ ਕੋ ਥੂਕ ਦੇਹ ਧਰ ਡਾਰ, ਕਹਿੰਦੇ ਉਸ ਨੂੰ ਧਰਤੀ ਦੇ ਉੱਤੇ ਥੁੱਕ ਦਿੰਦੇ ਹਨ। ਸੁਖ ਸੋ ਸੈਨ ਕਰਹਿ ਗੁਰ ਪੂਰੇ, ਪੂਰਨ ਸਤਿਗੁਰੂ ਮਹਾਰਾਜ ਸੁੱਖ ਦੇ ਨਾਲ ਆਰਾਮ ਕਰ ਲੈਣ। ਨਹਿ ਦੁਖ ਹੋਏ ਇਮ ਹਿਰਦੇ ਵਿਚਾਰ, ਚਿੱਤ ਵਿੱਚ ਵਿਚਾਰ ਕਰਦੇ ਹਨ ਕਿ ਗੁਰੂ ਸਾਹਿਬ ਨੂੰ ਕਸ਼ਟ ਨਾ ਹੋਵੇ ਕਿਸੇ ਤਰ੍ਹਾਂ ਦਾ। ਇਤਿਆਦਿਕ ਜਬ ਸੇਵ ਉਠਾਈ, ਇਸ ਤੋਂ ਆਦ ਲੈ ਕਰਕੇ ਜਦੋਂ ਸਤਿਗੁਰਾਂ ਦੀ ਸੇਵਾ ਦੀ ਜ਼ਿੰਮੇਵਾਰੀ ਚੱਕੀ ਹੈ, ਸੰਮਤ ਬੀਤ ਗਏ ਤਬ ਚਾਰ, 4 ਸਾਲ ਦਾ ਸਮਾਂ ਗੁਜ਼ਰ ਗਿਆ ਹੈ। ਚੌਥੋ ਦਿਓ ਰਮਾਲ ਬਹੁਰ, ਤਾਂ ਫਿਰ ਚੌਥਾ ਮਹਾਰਾਜ ਨੇ ਸਿਰੋਪਾ ਬਖਸ਼ ਦਿੱਤਾ। ਤਬ ਸੋ ਪੀ ਲੀਨੋ ਸਿਰ ਪਰ ਧਾਰ, ਉਸ ਨੂੰ ਵੀ ਆਪਣੇ ਸਿਰ ਦੇ ਉੱਤੇ ਧਾਰਨ ਕਰ ਲਿਆ ਹੈ ਜੀ। ਪੰਚ ਬਰਖ ਮਹਿ ਪੰਚ ਦੀਏ ਗੁਰ, ਗੁਰੂ ਸਾਹਿਬ ਨੇ 5ਵੇਂ ਸਾਲ 'ਚ ਫਿਰ 5ਵਾਂ ਸਿਰੋਪਾ ਬਖਸ਼ਿਆ। ਖਸ਼ਟ ਬਰਖ ਮਹਿ ਖਸ਼ਟੋ ਦੀਨ, 6ਵੇਂ ਸਾਲ ਵਿੱਚ 6ਵਾਂ ਸਿਰੋਪਾ ਦਿੱਤਾ ਹੈ। ਸੰਮਤ ਸਪਤਮ ਮਹਿ ਗੁਰ ਸੇਵਤ, ਸੇਵਾ ਕਰਦਿਆਂ 7ਵੇਂ ਸਾਲ ਦੇ ਵਿੱਚ ਪਗ ਅੰਗੁਸ਼ਟ ਧਰਿ ਮੁਖ ਲੀਨ, ਉਹ ਕਹਿੰਦੇ ਨੇ ਇਸ ਪ੍ਰਕਾਰ ਮਹਾਰਾਜ ਦਾ ਚਰਨਾਂ ਦਾ ਅੰਗੂਠਾ ਮੁਖ 'ਚ ਧਾਰਿਆ ਜਦੋਂ, ਭਇਓ ਕੁਸ਼ਕ ਪ੍ਰਕਾਸ਼ ਹਿਰਦੇ ਮਹਿ, ਹਿਰਦੇ ਵਿੱਚ ਕੁਝ ਪ੍ਰਕਾਸ਼ ਹੋ ਗਿਆ ਹੈ ਗਿਆਨ ਦਾ। ਜਿਮ ਅਰਣੋਦੈ ਹੋਤ ਨਵੀਨ, ਕਹਿੰਦੇ ਜਿਸ ਤਰ੍ਹਾਂ ਦੇ ਨਾਲ ਸਵੇਰੇ ਨਵਾਂ ਸੂਰਜ ਚੜ੍ਹਦਾ ਹੈ, ਇਸ ਤਰ੍ਹਾਂ ਦਾ ਪ੍ਰਕਾਸ਼ ਹੋਇਆ ਹੈ। ਕਰਾਮਾਤ ਕੀ ਸ਼ਕਤ ਭਈ, ਤੋ ਸ਼ਕਤੀ ਕਰਾਮਾਤ ਆ ਗਈ ਸਰੀਰ ਦੇ ਵਿੱਚ। ਤਬ ਸਿੱਧਾ ਫੁਰਨ ਲੱਗੀ ਮਨ ਚੀਨ, ਮਨ 'ਚ ਜਾਣ ਲਿਆ ਹੁਣ ਤਾਂ ਸਿੱਧੀਆਂ ਸ਼ਕਤੀਆਂ ਫੁਰਨ ਲੱਗ ਪਈਆਂ ਹਨ। ਇੱਕ ਦਿਨ ਸ੍ਰੀ ਅੰਗਦ ਜੀ ਸੋਏ, ਇੱਕ ਦਿਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਬਿਰਾਜਮਾਨ ਸਨ। ਚਰਨ ਅੰਗੂਠ ਲੀਨ ਮੁਖ ਧਾਰ, ਤੇ ਗੁਰੂ ਸਾਹਿਬ ਦੇ ਚਰਨਾਂ ਦਾ ਅੰਗੂਠਾ ਮੁਖ ਵਿੱਚ ਧਾਰਿਆ ਹੋਇਆ ਹੈ। ਰਾਧ ਰੁਦਰ ਜੋ ਹੋਏ ਇਕੱਤਰੈ, ਜੋ ਵੀ ਇਸ ਪ੍ਰਕਾਰ ਖੂਨ ਪਾਕ ਜਿਹਾ ਫੋੜੇ ਚੋਂ ਨਿਕਲਦਾ ਹੈ, ਮੁਖ ਤੇ ਥੂਕ ਦੇਤ ਛਿਤ ਡਾਰ, ਤੋ ਧਰਤੀ ਦੇ ਉੱਤੇ ਸੁੱਟ ਦਿੰਦੇ ਹਨ। ਪੁੰਨ ਆਨਨ ਮਹਿ ਧਾਰਹਿ ਸੁਖ ਹਿਤ, ਗੁਰੂ ਸਾਹਿਬ ਨੂੰ ਸੁੱਖ ਦੇਣ ਵਾਸਤੇ ਕਹਿੰਦੇ ਮੁਖ ਵਿੱਚ ਧਾਰ ਲੈਂਦੇ ਆ। ਪਾਏ ਨ ਸੰਕਟ ਗੁਰੂ ਉਦਾਰ, ਸ੍ਰੇਸ਼ਟ ਸਤਿਗੁਰਾਂ ਨੂੰ ਕਿਸੇ ਕਿਸਮ ਦਾ ਕਸ਼ਟ ਦੁੱਖ ਨਾ ਹੋਵੇ। ਬੈਠੇ ਬੀਤਿਓ ਏਕ ਜਾਮ ਜਬ, ਇੱਕ ਪਹਿਰ ਇਸੇ ਤਰ੍ਹਾਂ ਬੈਠਿਆਂ ਗੁਜ਼ਰਿਆ ਜਦੋਂ, ਹਿਰਦੇ ਮਹਿ ਤਬ ਕੀਨ ਵਿਚਾਰ, ਮਨ ਦੇ ਵਿੱਚ ਇਹ ਵਿਚਾਰ ਕੀਤਾ ਹੈ, ਮੋਹ ਮਹਿ ਸਖਤ ਕਾਮ ਕਿਸ ਆਵਹਿ, ਭਾਈ ਸਤਿਗੁਰੂ ਦੀ ਬਖਸ਼ੀ ਸ਼ਕਤੀ ਹੈ, ਕਿਸ ਕੰਮ ਆਵੇਗੀ ਮੇਰੇ। ਗੁਰ ਸਰੀਰ ਤੇ ਜੋ ਦੁਖ ਪਾਏ, ਗੁਰੂ ਸਾਹਿਬ ਸਰੀਰ ਦੇ ਵਿੱਚ ਕਸ਼ਟ ਪਾ ਰਹੇ ਨੇ ਤੇ ਮੈਂ ਸ਼ਕਤੀਆਂ ਕੀ ਕਰਨੀਆਂ ਹਨ। ਕਰੋ ਅਰੋਗ ਜੋ ਬ੍ਰਹਿਣ ਇਹ ਸੁਖ ਹੈ, ਤੋ ਕਹਿੰਦੇ ਮੈਂ ਹੁਣ ਆਪਣੀ ਸ਼ਕਤੀ ਨਾਲ ਜੋ ਸਤਿਗੁਰੂ ਪਾਤਸ਼ਾਹ ਜੀ ਦੇ ਅੰਗੂਠੇ ਦੇ ਉੱਤੇ ਬ੍ਰਣ ਫੋੜਾ ਹੈ, ਇਹਨੂੰ ਮੈਂ ਠੀਕ ਕਰ ਦਿਆਂ। ਸਰਬ ਪ੍ਰਕਾਰ ਤਬਹਿ ਸੁਖ ਹੋ ਆਏ, ਤਾਂ ਕਹਿੰਦੇ ਇਸ ਪਰ ਸਾਰੇ ਤਰੀਕਿਆਂ ਦੇ ਨਾਲ ਗੁਰੂ ਸਾਹਿਬ ਨੂੰ ਸੁਖ ਪ੍ਰਾਪਤ ਹੋ ਜਾਏਗਾ। ਇਮ ਵਿਚਾਰ ਕਰ ਆਪਨ ਸਖਤ ਤੇ, ਇਉਂ ਕਹਿੰਦੇ ਆਪਣੀ ਸ਼ਕਤੀ ਦੇ ਨਾਲ ਵਿਚਾਰ ਕਰਕੇ ਸਗਰੋ ਰੋਗ ਦੀਨ ਬਿਨਸਾਏ, ਸਾਰਾ ਗੁਰੂ ਸਾਹਿਬ ਦੇ ਚਰਨਾਂ ਦਾ ਰੋਗ ਜਿਹੜਾ ਸੀ ਦੂਰ ਕਰ ਦਿੱਤਾ ਹੈ। ਭਇਓ ਅਰੋਗ ਅੰਗ ਸਭ ਸੁਧਰੇ, ਤੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਦਾ ਸਰੀਰ ਤੰਦਰੁਸਤ, ਅੰਗ ਸਾਰੇ ਠੀਕ ਹੋ ਗਏ। ਦੇਖਤ ਬਿਸਮਤ ਹੋਏ ਹਰ ਖਾਏ, ਇਹ ਕਰਕੇ ਹੈਰਾਨ ਹੁੰਦੇ ਹਨ ਗੁਰੂ ਸਾਹਿਬ ਜੀ ਜਦੋਂ ਉੱਠੇ ਹਨ ਤਾਂ। ਸ੍ਰੀ ਅੰਗਦ ਜੀ ਜਾਗ ਪਿਖਿਓ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਜਾਗ ਕਰਕੇ ਜਦੋਂ ਦੇਖਿਆ ਹੈ ਅੰਗੂਠਾ, ਤਨ ਚਰਨ ਅੰਗੂਠੇ ਮਹਿ ਬ੍ਰਿਣ ਨਾਹੇ, ਇਹ ਸਾਡੇ ਅੰਗੂਠੇ ਦੇ ਵਿੱਚ ਜਿਹੜਾ ਫੋੜਾ ਸੀ ਉਹ ਹੈ ਨਹੀਂ, ਹੁਣ ਜ਼ਖਮ ਨਹੀਂ ਹੈ। ਅਪਰ ਸਰੀਰ ਅਰੋਗ ਭਇਓ, ਤੋ ਸਰੀਰ ਜਿਹੜਾ ਤੰਦਰੁਸਤ ਹੋ ਗਿਆ ਹੈ। ਸਭ ਬਹੁਰ ਬਲੋਕਿਓ ਬੈਠਿਓ ਪਾਹੇ, ਤੋ ਕੋਲ ਬੈਠੇ ਗੁਰੂ ਮਹਾਰਾਜ ਨੇ ਅਮਰਦਾਸ ਮਹਾਰਾਜ ਨੂੰ ਤੱਕਿਆ ਹੈ। ਹਿਰਦੇ ਵਿਚਾਰਿਓ ਕਿਆ ਇਹੋ ਹੋਇਓ, ਮਨ 'ਚ ਵਿਚਾਰ ਕੀਤਾ ਵੀ ਸਾਡੇ ਸੋ ਜ਼ਖਮ ਜਿਹੜਾ ਸੀ ਉਹ ਠੀਕ ਕਿੱਦਾਂ ਹੋ ਗਿਆ। ਸੁਪਤ ਜਾਮ ਇੱਕ ਰੋਗ ਬਿਲਾਹੇ, ਇੱਕ ਪਹਿਰ ਅਸੀਂ ਵਿਸ਼ਰਾਮ ਕੀਤਾ ਹੈ ਤੇ ਇਹ ਸਾਡਾ ਰੋਗ ਜਿਹੜਾ ਸੀ ਇਹ ਦੂਰ ਹੋ ਗਿਆ ਹੈ। ਪੁਨ ਜਾਣਿਓ ਸ੍ਰੀ ਅਮਰ ਕੀਨ, ਤਾਂ ਫਿਰ ਮਹਾਰਾਜ ਅੰਤਰਜਾਮੀ ਜੀ ਨੇ ਜਾਣ ਲਿਆ ਵੀ ਅਮਰਦਾਸ ਮਹਾਰਾਜ ਨੇ ਇਹ ਜ਼ਖਮ ਠੀਕ ਕੀਤਾ ਹੈ। ਏਮ ਕੁਛਕ ਸਕਤ ਹੋਈ ਇਨ ਮਾਹੇ, ਇਉਂ ਜਾਣਿਆ ਵੀ ਇਹਨਾਂ ਵਿੱਚ ਕੋਈ ਸ਼ਕਤੀ ਜਿਹੜੀ ਆ ਗਈ ਹੈ। ਇਹ ਜਿਹੜਾ ਇਸ ਪ੍ਰਕਾਰ ਸੋ ਇਹ ਜ਼ਿਕਰ ਆਇਆ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ। ਸੋ ਕਿਉਂਕਿ ਗੁਰੂ ਸਾਹਿਬ ਜੀ ਦੀ ਮਹਿਮਾ ਜਿਹੜੀ ਹੈ ਸੋ
ਇੱਥੇ ਕਵੀ ਜੀ ਨੇ ਦਰਜ ਕੀਤਾ ਜਿਹੜਾ ਹੈ, ਪਰ ਇਸ ਤੋਂ ਕੋ 30 ਕੁ ਸਾਲ ਪਹਿਲਾਂ ਪੁਰਾਣਾ ਮਹਿਮਾ ਪ੍ਰਕਾਸ਼ ਹੈ, ਉਹਦੇ ਵਿੱਚ ਐਸਾ ਜ਼ਿਕਰ ਨਹੀਂ ਹੈ। ਇਹ ਕੁਛ ਆਖੇਪਕ ਲੋਕ ਜਿਹੜੇ ਵਿਰੋਧੀ ਲੋਕਾਂ ਨੇ ਇਸ ਤਰੀਕੇ ਦੇ ਨਾਲ, ਤੋਂ ਡਾਕਟਰ ਭਾਈ ਵੀਰ ਸਿੰਘ ਜੀ ਹੁਣਾਂ ਨੇ ਇੱਥੇ ਇਹ ਟਿੱਪਣੀ ਕੀਤੀ ਹੈ ਭਈ ਸਤਿਗੁਰੂ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜਿੱਧਰ ਦ੍ਰਿਸ਼ਟੀ ਪਾਉਂਦੇ ਸਨ, ਰੋਗੀਆਂ ਦੇ ਰੋਗ ਕੱਟ ਦਿੰਦੇ ਸਨ, ਤੇ ਮਹਾਰਾਜ ਦੇ ਸਰੀਰ ਦੇ ਉੱਤੇ ਰੋਗ ਕਿਸ ਤਰੀਕੇ ਨਾਲ ਹੋ ਸਕਦਾ ਸੀ। ਫਿਰ ਭੱਟਾਂ ਦੇ ਸਵਈਆਂ ਦੇ ਵਿੱਚ ਹੋਰ ਸਾਰੀ ਮਹਿਮਾ ਕੀਤੀ ਗਈ ਗੁਰੂ ਸਾਹਿਬ, ਉੱਥੇ ਕਿਤੇ ਇਸ਼ਾਰੇ ਮਾਤਰ ਵੀ ਐਸਾ ਇਸ਼ਾਰਾ ਨਹੀਂ ਹੈ ਭਈ ਸਤਿਗੁਰੂ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਦੇ ਸਰੀਰ ਤੇ ਐਸਾ ਕੋਈ ਸੀ ਜ਼ਿਕਰ। ਤਾਂ ਇਸ ਤਰੀਕੇ ਦੇ ਨਾਲ ਸੋ ਜਿਹੜਾ ਹੈ, ਤੋ ਜਿਹੜੇ ਲੋਕ ਤੋ ਇਸ ਪ੍ਰਕਾਰ ਸੰਸਾਰਕ ਸੋਚਾਂ ਰੱਖਣ ਵਾਲੇ ਲੋਕ ਨੇ, ਤੋ ਉਹ ਲਿਖਾਰੀਆਂ ਨੇ ਇਸ ਤਰੀਕੇ ਨਾਲ ਜਦੋਂ ਸੋ ਇਸ ਤਰੀਕੇ ਨਾਲ ਲਿਖਤਾਂ ਪਾਈ, ਉਦੋਂ ਕੁਛ ਸਾਡੇ ਇਤਿਹਾਸ ਦੇ ਵਿੱਚ ਕੁਛ ਗੱਲਾਂ ਪਾਈਆਂ ਗਈਆਂ ਨੇ। ਇਸ ਵਾਸਤੇ ਸਰਬ ਕਲਾ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਇਹੋ ਜਿਹੀਆਂ ਜਿਹੜੀਆਂ ਗੱਲਾਂ ਆਈਆਂ, ਕੋਈ ਸ਼ਰਧਾਲੂ ਪ੍ਰੇਮੀਆਂ ਨੇ ਸ਼ਰਧਾ ਰੱਖ ਕਰਕੇ ਉਹਨਾਂ ਨੂੰ ਕਬੂਲਤਾ ਭਾਵੇਂ ਲਿਆ ਹੋਵੇ, ਪਰ ਅਸਲ ਵਿੱਚ ਇਹ ਜਿਹੜੀ ਗੱਲ ਹੈ ਤੇ ਇਸ ਤਰੀਕੇ ਨਾਲ ਢੁਕਵੀਂ ਨਹੀਂ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੀਰ ਦੇ ਉੱਤੇ। ਗੁਰਬਾਣੀ ਅਨੁਸਾਰ ਤੋਂ ਸਤਿਗੁਰੂ ਪਾਤਸ਼ਾਹ ਸਾਹਿਬ ਸਤਿਗੁਰੂ ਅੰਗਦ ਦੇਵ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਸਾਹਿਬ ਅਮਰਦਾਸ ਮਹਾਰਾਜ ਜੀ ਇਉਂ ਆਣ ਕਰਕੇ ਸੇਵਾ ਵਿੱਚ ਜੁਟੇ ਹਨ। ਹਰ ਵੇਲੇ ਸੇਵਾ ਵਿੱਚ ਲੱਗ ਕਰਕੇ ਮੇਰੇ ਸਤਿਗੁਰੂ ਜੀ ਸਿਮਰਨ ਵਿੱਚ ਜੁੜਦੇ ਨੇ, ਤੇ ਜਿਸ ਤੇ ਜਲ ਦੀ ਸੇਵਾ ਕਰਦੇ ਆ, ਮਹਾਰਾਜ ਦੇ ਇਸ਼ਨਾਨ ਦੀ ਸੇਵਾ ਕਰਦੇ ਆ, ਉੱਥੇ ਮੇਰੇ ਸਤਿਗੁਰੂ ਪਾਤਸ਼ਾਹ ਜਿਹਦੇ ਚਰਨ ਛੰਨ ਵਿੱਚ ਰਹਿ ਕੇ ਅੰਮ੍ਰਿਤ ਵੇਲੇ ਦੇ ਸਮੇਂ ਥੜਾ ਸਾਹਿਬ ਤੇ ਬੈਠ ਕਰਕੇ 84 ਸ੍ਰੀ ਜਪਜੀ ਸਾਹਿਬ ਦੇ ਪਾਠ ਨਿਤਨੇਮ ਕਰਦੇ ਆ। ਇਸ ਪ੍ਰਕਾਰ ਕਈ ਵਾਰ ਇਹ ਜਿਹੜੇ ਜ਼ਿਕਰ ਨੇ ਮਹਾਰਾਜ ਦੇ, ਇਹ ਕਈ ਵਾਰ ਜਦੋਂ ਕਰੀਦੇ ਹੈ ਤੇ ਕਈ ਆਮ ਸੰਸਾਰੀ ਲੋਕ ਉਹ ਫਿਰ ਕਹਿੰਦੇ ਨੇ। ਸੋ ਇੱਕ ਵਾਰ ਇਦਾਂ ਹੀ ਕਥਾ ਕਰਦੇ ਆ, ਇੱਕ ਬਜ਼ੁਰਗ ਰਿਟਾਇਰਡ ਸੀ ਸਰਕਾਰੀ ਅਫਸਰ ਤੇ ਸ਼ਰਧਾ ਵਾਲਾ ਸੀ, ਕਥਾ ਸੁਣਿਆ ਘਰੇ, ਤੇ ਜਦੋਂ ਇਹ ਜ਼ਿਕਰ ਆਇਆ ਕਹਿੰਦੇ ਮੈਨੂੰ, ਕਹਿੰਦੇ ਗਿਆਨੀ ਜੀ ਤੋ ਇੱਕ ਜਪਜੀ ਸਾਹਿਬ ਦਾ ਪਾਠ ਕਿੰਨੇ ਮਿੰਟਾਂ 'ਚ ਹੁੰਦਾ ਹੈ? ਮੈਂ ਕਿਹਾ ਵੀ ਕਿਹਦੀ ਗੱਲ ਪੁੱਛਦੇ ਹੋ? ਕਹਿੰਦੇ ਜੀ ਮਹਾਰਾਜ ਦੇ 84 ਪਾਠ। ਮੈਂ ਤੁਸੀਂ ਕਿੰਨੇ ਕਰਦੇ ਰੋਜ਼ ਦੇ? ਕਹਿੰਦਾ ਜੀ ਮੈਂ ਤੇ ਇੱਕ ਹੀ ਕਰਦਾ ਹੈ। ਮੈਂ ਕਿੰਨੇ ਮਿੰਟ ਲੱਗਦੇ ਆ? ਕਹਿੰਦੇ 7-8 ਮਿੰਟ। ਮੈਂ ਕਿਹਾ ਤੁਸੀਂ ਕਦੇ ਵੱਧ ਕਰਕੇ ਦੇਖੋ, 5-5 ਪਾਠ ਰੋਜ਼ ਦੇ ਕਰਨੇ ਸ਼ੁਰੂ ਕਰੋ, ਫਿਰ ਕੁਝ ਸਮੇਂ ਤੋਂ ਬਾਅਦ ਤੁਸੀਂ 10-10 ਪਾਠ ਕਰਨੇ ਸ਼ੁਰੂ ਕਰਿਓ, ਤੇ ਇਹ ਮਹੀਨਾ 2 ਮਹੀਨੇ ਕਰਕੇ ਫਿਰ ਮੈਨੂੰ ਦੱਸਿਓ ਵੀ ਇੱਕ ਪਾਠ ਤੇ ਕਿੰਨਾ ਟਾਈਮ ਲੱਗਦਾ। ਇਹ ਮੈਂ ਕਿਹਾ ਜਿਹੜੇ ਅਭਿਆਸੀ ਲੋਕ ਨੇ ਨਾ ਪਾਠ ਦੇ ਪਿਆਰੇ, ਕਿਉਂਕਿ ਅਸੀਂ ਮਹਾਂਪੁਰਖਾਂ ਦੇ ਵਿੱਚ ਰਹੇ ਹਾਂ, ਮਹਾਂਪੁਰਖਾਂ ਦਾ ਅਭਿਆਸ ਦੇਖਿਆ ਆਇਆ ਸੀ। ਇਸ ਵਾਸਤੇ ਇਹ ਸੰਸਾਰੀ ਲੋਕਾਂ ਦਾ ਟਾਈਮ ਵੱਖਰਾ ਹੈ, ਪਰ ਰੱਬੀ ਲੋਕਾਂ ਦਾ ਸਮਾਂ ਵੱਖਰਾ ਹੁੰਦਾ ਇਸ ਸਿਮਰਨ ਦਾ ਜਿਹੜਾ ਹੈ। ਇਸ ਪ੍ਰਕਾਰ ਇੱਕ ਪ੍ਰੇਮੀ ਮੈਨੂੰ ਮਿਲਿਆ, ਉਹ ਕਹਿੰਦਾ ਜੀ ਗਿਆਨੀ ਜੀ ਸੁਖਮਨੀ ਸਾਹਿਬ ਦਾ ਪਾਠ ਕਿੰਨੇ ਸਮੇਂ 'ਚ ਹੁੰਦਾ ਹੈ? ਮੈਂ ਕਿਹਾ ਵੀ ਦੱਸ ਕੀ ਗੱਲ ਕੀ ਹੈ? ਕਹਿੰਦੇ ਜੀ ਮੈਂ ਸੁਣਿਆ ਭਾਈ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਕਹਿੰਦੇ 20 ਮਿੰਟਾਂ 'ਚ ਸੁਖਮਨੀ ਸਾਹਿਬ ਪਾਠ ਕਰ ਲੈਂਦੇ ਸੀ। ਮੈਂ ਕਿਹਾ ਇਸ ਤੋਂ ਪਹਿਲਾਂ ਵੀ ਹੋ ਜਾਂਦਾ। ਜਿਹੜੇ ਅਭਿਆਸੀ ਲੋਕ ਨੇ ਸਿਮਰਨ ਕਰਨ ਵਾਲੇ, ਸੁਰਤ ਦੇ ਟਿਕਾ ਵਾਲੇ, ਮੈਂ ਕਿਹਾ ਇਹ ਤੋਂ ਪਹਿਲਾਂ ਵੀ ਹੋ ਸਕਦਾ ਵਾ, ਇਹ 'ਚ ਕਾਹਦੀ ਹੈਰਾਨੀ ਹੈ? ਇਸ ਤਰੀਕੇ ਦੇ ਨਾਲ ਸੰਸਾਰੀ ਲੋਕਾਂ ਦੀਆਂ ਸੋਚਾਂ ਆਪਣੀਆਂ ਨੇ, ਪਰ ਇਹ ਜੋ ਰੱਬੀ ਲੋਕ ਨੇ ਇਹ ਤਾਂ ਭਾਈ ਸਾਡੇ ਸਮਝ ਸੋਚ ਤੋਂ ਉੱਚੇ ਹੋਇਆ ਕਰਦੇ ਨੇ। ਧੰਨ ਅਮਰਦਾਸ ਮਹਾਰਾਜ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਸੋ ਇਸ ਪਰ ਗੁਰੂ ਅੰਗਦ ਦੇਵ ਸਾਹਿਬ ਨੇ ਬਖਸ਼ਿਸ਼ ਕੀਤੀ। ਅਮਰਦਾਸ ਮਹਾਰਾਜ ਜੀ ਅਜੇ ਸੇਵਾ ਵਿੱਚ ਨੇ। ਸਿੱਖੀ ਦਾ ਆਦਰਸ਼ ਜਿਹੜਾ ਕਿ ਸਿੱਖ ਕਿਹੋ ਜਿਹਾ ਹੋ, ਧੁਰੋਂ ਗੁਰੂ ਰੂਪ ਹਨ, ਲਿਖ ਕੇ ਆਏ ਨੇ ਗੁਰੂ ਰੂਪ, ਪਰ ਹੁਣ ਸੋ ਇਹ ਜੋ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਹ ਮਹਾਰਾਜ ਦੀ ਹਜ਼ੂਰੀ ਵਿੱਚ ਸਿੱਖੀ ਦਾ ਆਦਰਸ਼ ਜਿਹੜਾ ਪ੍ਰਗਟ ਕਰਦੇ ਹੋਏ ਸੋ ਸਿੱਖੀ ਕਮਾ ਰਹੇ ਨੇ, ਸਾਨੂੰ ਦਰਸਾ ਰਹੇ ਨੇ ਵੀ ਇਉਂ ਸੇਵਾ ਤੇ ਸਿਮਰਨ ਕਰਕੇ ਸਿੱਖ ਬਣਦਾ ਹੈ। ਫਿਰ ਗੁਰਗੱਦੀ ਤੇ ਸੋਭਨੀਕ ਹੋ ਕਰਕੇ ਮਹਾਰਾਜ ਫਿਰ ਸੇਵਾ ਦੀ ਮਹਿਮਾ ਕਰਦੇ। ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਹੋਈ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਸਾਡੇ ਹਿਰਦੇ ਵਿੱਚ ਗੁਰੂ ਦਾ ਪਿਆਰ ਵਸੇ, ਸਤਿਗੁਰੂ ਪਾਤਸ਼ਾਹ ਦੇ ਉਪਦੇਸ਼ ਧਾਰਨ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹੱਥ ਪ੍ਰਭ ਆਪੇ ਮਿਲਣ ਦੀਆਂ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਹਿਬ ਸਿਉ ਮੇਲ ਦੀ ਦਾਤ ਪ੍ਰਾਪਤ ਹੋਵੇ। ਹਿਰਦੇ ਵਿਚਾਰਿਓ ਕਿਆ ਇਹੋ ਹੋਇਓ, ਸੁਪਤ ਜਾਮ ਇੱਕ ਰੋਗ ਬਿਲਾਹੀ। ਪੁਨ ਜਾਣਿਓ ਸ੍ਰੀ ਅਮਰ ਕੀਨ, ਇਮ ਕੁਸ਼ਕ ਸਖਤ ਹੋਈ ਇਨ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।